ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਦੋ ਉੱਗੀਆਂ ਹਸਤੀਆਂ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਤੋਂ ਸਰਦਾਰ ਸੁਰਿੰਦਰ ਸਿੰਘ ਜੋਧਕਾ ਔਰ ਪ੍ਰੋਫੈਸਰ ਜਗਰੂਪ ਸਿੰਘ ਸੇਖੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ। ਮੈਂ ਦੋਨਾਂ ਨੂੰ ਜੀ ਆਇਆਂ ਆਖਦਾ। ਸਤਿ ਸ਼੍ਰੀ ਅਕਾਲ। ਬਹੁਤ ਅਹਿਮ ਇਸ਼ੂ ਦੇ ਨਾਲ ਤੁਹਾਡੇ ਰੂਬਰੂ ਹੈ ਕਿ ਜੇਕਰ ਕਾਂਗਰਸ ਪਾਰਟੀ ਚਰਨਜੀਤ ਸਿੰਘ ਚੰਨੀ ਨੂੰ ਚਿਹਰੇ ਵਜੋਂ ਐਲਾਨ ਨਹੀਂ ਕਰਦੀ, ਕਿਸੇ ਹੋਰ ਨੂੰ ਕਰਦੀ ਹੈ, ਤਾਂ ਫਿਰ ਕੀ ਜਿਹੜੀ ਦਲਿਤ ਵੋਟ ਹੈ, ਅਨੁਸੂਚਿਤ ਜਾਤੀਆਂ ਦੀ ਵੋਟ ਹੈ, ਉਹ ਕਾਂਗਰਸ ਦੇ ਨਾਲ ਜਾਵੇਗੀ ਜਾਂ ਬਿਲਕੁਲ ਹੀ ਕਿਨਾਰਾ ਕਰ ਲੇਗੀ? ਦੂਜਾ ਅਹਿਮ ਸਵਾਲ ਆ ਕਿ ਜਿਹੜੀ ਸੱਤਾ ਵਿਰੋਧੀ ਵੋਟ ਹੁੰਦੀ ਆ, ਜਿਹੜੀ ਅਕਸਰ ਐਂਟੀ ਇਨਕੰਬੈਂਸੀ ਕਹਿੰਦੇ ਆ, ਜਾਂ ਜਿਹੜੀ ਸੱਤਾ ਦੇ ਖਿਲਾਫ ਪੈਣੀ ਹੁੰਦੀ ਆ, ਉਹ ਕਿਸ ਧਿਰ ਨੂੰ ਪਏਗੀ? ਉਹ ਅਕਾਲੀ ਦਲ ਨੂੰ ਪਏਗੀ, ਆਮ ਆਦਮੀ ਪਾਰਟੀ ਨੂੰ ਪਏਗੀ, ਉਹ ਸੰਯੁਕਤ ਸਮਾਜ ਮੋਰਚੇ ਵੱਲ ਜਾਏਗੀ, ਜਾਂ ਭਾਜਪਾ ਤੇ ਉਹਦੇ ਜਿਹੜੇ ਸਮਰਥਨ ਵਾਲੇ ਦਲ ਆ ਉਹਨਾਂ ਕੋਲ ਜਾਏਗੀ? ਸੋ ਇਹ ਦੋ ਸਵਾਲਾਂ ਨਾਲ ਮੈਂ ਪਹਿਲਾਂ ਪ੍ਰੋਫੈਸਰ ਜਗਰੂਪ ਸਿੰਘ ਸੇਖੋਂ ਵੱਲ ਜਾਣਾ ਚਾਹੁੰਦਾ। ਪ੍ਰੋਫੈਸਰ ਜਗਰੂਪ ਸੇਖੋਂ ਜੀ, ਮੈਨੂੰ ਜ਼ਰੂਰ ਦੱਸਿਓ ਕਿ ਕੀ ਜੇ ਕਾਂਗਰਸ ਚੰਨੀ ਦਾ ਚਿਹਰਾ ਅੱਗੇ ਨਹੀਂ ਵਧਾਉਂਦੀ ਤਾਂ ਅਨੁਸੂਚਿਤ ਜਾਤੀਆਂ ਦੀ ਵੋਟ ਉਹਨਾਂ ਨੂੰ ਪਏਗੀ ਕਿ ਨਹੀਂ ਪਏਗੀ? ਪੰਜਾਬ ਦੇ ਵਿੱਚ ਇਸ ਤਰੀਕੇ ਨਾਲ ਕਦੀ ਵੀ ਐਨ ਬਲਾਕ ਵੋਟ ਨਹੀਂ ਪਈ। ਪੰਜਾਬ ਦੇ ਵਿੱਚ ਹੋਰ ਮੁੱਦਿਆਂ ਦੇ ਨਾਲ ਨਾਲ ਜਿਹੜੇ ਲੋਕਾਂ ਦੇ ਮੁੱਦੇ ਹੁੰਦੇ ਆ, ਜੋ ਲੋਕ ਸੋਚਦੇ ਆ ਵੀ ਆਹ ਵਿਅਕਤੀ ਜਿਹੜਾ ਉਹਨਾਂ ਦੀਆਂ ਨਜ਼ਰਾਂ ਦੇ ਵਿੱਚ ਉਹਨਾਂ ਮਸਲਿਆਂ ਨੂੰ, ਉਹਨਾਂ ਮੁੱਦਿਆਂ ਨੂੰ ਹੱਲ ਕਰ ਸਕਦਾ ਵਾ, ਉਸ ਪਾਸੇ ਵੱਲ ਚੱਲਦਾ। ਇਹ ਗੱਲ ਠੀਕ ਆ, ਕਿਉਂਕਿ ਪਿਛਲੇ ਲੰਮੇ ਸਮੇਂ ਤੋਂ, ਖਾਸ ਕਰਕੇ 75 ਸਾਲਾਂ ਤੋਂ ਬਾਅਦ ਪਹਿਲੀ ਵਾਰੀ ਹੈਗਾ ਕਿ ਇੱਕ ਰਾਜੇ ਮਹਾਰਾਜੇ ਨੂੰ ਲਾ ਕੇ ਤੇ ਉਹਦੀ ਥਾਂ ਤੇ ਸਿੱਧੇ ਤੌਰ ਤੇ ਇੱਕ ਯੰਗ ਜਿਹੜਾ ਹੈਗਾ ਜਵਾਨ ਦਲਿਤ ਜਿਹੜਾ ਹੈਗਾ ਸੀ ਮੁੱਖ ਮੰਤਰੀ ਦੇ ਤੌਰ ਤੇ ਲਿਆਂਦਾ ਗਿਆ ਉਹਨੂੰ। ਉਹ ਕਾਂਗਰਸ ਦਾ ਫੈਸਲਾ ਸੀਗਾ। ਹੋ ਸਕਦਾ ਉਹਨਾਂ ਦੀ ਕੈਲਕੂਲੇਸ਼ਨ ਇਹ ਗੱਲ ਦੀ ਹੋਵੇ, ਕਿਉਂਕਿ 4.5 ਸਾਲ ਅਮਰਿੰਦਰ ਸਿੰਘ ਦੇ ਰਹਿਣ ਕਰਕੇ ਐਂਟੀ ਇਨਕੰਬੈਂਸੀ ਬਹੁਤ ਬਣ ਰਹੀ ਸੀਗੀ ਔਰ ਇਹ ਆਲਮੋਸਟ ਕੰਧ ਤੇ ਲਿਖਿਆ ਪਿਆ ਸੀਗਾ ਵੀ ਕਾਂਗਰਸ ਅਗਲੀਆਂ ਇਲੈਕਸ਼ਨ ਦੇ ਵਿੱਚ ਨੂੰ ਬਹੁਤ ਵੱਡਾ ਜਿਹੜਾ ਹੈਗਾ ਵਾ ਉਹ ਚੈਲੰਜ ਫੇਸ ਕਰਨਾ ਪਊਗਾ। ਉਹਨਾਂ ਨੇ ਇਹਨਾਂ ਨੂੰ ਲੈਣਤਾ। ਪਰ ਦੂਸਰੇ ਪਾਸੇ ਹੈਗਾ ਕਿ ਜਿਸ ਦਿਨ ਤੋਂ ਚੰਨੀ ਸਾਹਿਬ ਆਏ ਆ, ਉਹ ਬਹੁਤ ਸਾਰੇ ਵਿਵਾਦ ਵੀ ਨਾਲ ਲੈ ਕੇ ਆਏ ਆ। ਉਹਨਾਂ ਦੇ ਇੱਥੇ ਚੀਫ ਮਿਨਿਸਟਰ ਬਣਨ ਦੇ ਨਾਲ ਕਾਂਗਰਸ ਸਰਕਾਰ ਦੇ ਵਿੱਚ, ਕਾਂਗਰਸ ਪਾਰਟੀ ਦੇ ਵਿੱਚ, ਜਾਂ ਕਾਂਗਰਸ ਦੇ ਜਿਹੜੇ ਲੋਕ ਸਭਾ ਦੇ, ਰਾਜ ਸਭਾ ਦੇ ਮੈਂਬਰ ਆ, ਉਹਦੇ ਵਿੱਚ ਇੱਕ ਕਿਸਮ ਦਾ ਜਿਹੜਾ ਘਮਸਾਨ ਜਿਹੜਾ ਹੈਗਾ ਉਹ ਚੱਲ ਰਿਹਾ ਹੈ। ਇਹਦੇ ਨਾਲ ਹੀ ਪੈਰਲਲ ਜਿਹੜੇ ਹੈਗੇ ਆ, ਨਵਜੋਤ ਸਿੰਘ ਸਿੱਧੂ ਹੈਗੇ ਆ, ਉਹ ਪਹਿਲੇ ਦਿਨ ਤੋਂ ਹੀ ਜਿਹੜਾ ਵਾ ਉਹਨਾਂ ਨੇ ਲੱਗਦਾ ਕਿ ਜਿੱਦਾਂ ਉਹਨਾਂ ਨੂੰ ਲੱਗਦਾ ਸੀ ਕਿ ਮੇਰੀ ਦਾਅਵੇਦਾਰੀ ਬਣਦੀ ਸੀ ਔਰ ਮੈਨੂੰ ਲਾਂਭੇ ਕਰਕੇ ਜਿਹੜਾ ਹੈਗਾ ਸੀਗਾ ਚਰਨਜੀਤ ਸਿੰਘ ਚੰਨੀ ਨੂੰ ਲਿਆਂਦਾ ਗਿਆ ਸੀਗਾ। ਸ਼ੁਰੂ ਦੇ ਵਿੱਚ ਤਾਂ ਬਹੁਤ ਲੱਗਦਾ ਸੀਗਾ, ਕਿਉਂਕਿ ਇੱਕ ਬਹੁਤ ਵੱਡਾ ਫੈਸਲਾ ਸੀਗਾ ਪੰਜਾਬ ਵਰਗੇ ਸਟੇਟ ਦੇ ਵਿੱਚ, ਜਿੱਥੇ ਕਮਿਊਨਿਟੀ ਪਾਵਰ ਸਟਰਕਚਰ ਜਿਹੜਾ ਹੈਗਾ ਵਾ ਉਹ ਜਿਹੜੇ ਜਿਹਨੂੰ ਸੋ ਕਾਲਡ ਆਪਾਂ ਜੱਟ ਕਹਿ ਦਿੰਦੇ ਆ, ਉਹਨਾਂ ਕੋਲ ਰਿਹਾ ਹੋਵੇ ਤੇ ਇੱਕੇ ਝਟਕੇ ਦੇ ਨਾਲ ਹੀ ਇੱਕ ਨਵੇਂ ਮੁੱਖ ਮੰਤਰੀ ਨੂੰ ਜਿਹੜਾ ਹੈਗਾ ਸੀਗਾ, ਜਿਹੜਾ ਦਲਿਤ ਭਾਈਚਾਰੇ ਦਾ ਸੀ, ਉਹਨੂੰ ਲਿਆਂਦਾ ਗਿਆ ਸੀਗਾ। ਪਰ ਲੱਗਦਾ ਕਿ ਜਿਹੜਾ 2.5-3 ਮਹੀਨੇ 4 ਮਹੀਨੇ ਜਿਹੜੀ ਚਰਨਜੀਤ ਸਿੰਘ ਚੰਨੀ ਦੀ ਜਿਹੜੀ ਸਰਕਾਰ ਦੀ ਪਰਫਾਰਮੈਂਸ ਰਹੀ ਆ, ਉਹਨੂੰ ਤੁਸੀਂ ਹਰ ਪਾਸੇ ਵੱਲੋਂ ਦੇਖ ਸਕਦੇ ਹੋ। ਸਮਾਂ ਥੋੜਾ ਵੀ ਹੋ ਸਕਦਾ ਸੀਗਾ, ਪਰ ਜਿਹੜੇ ਵੀ ਉਹਨਾਂ ਨੇ ਫੈਸਲੇ ਲਏ ਆ, ਕੋਈ ਵੀ ਫੈਸਲਾ ਸਵਾਏ ਇੱਕ ਦੋ ਨੂੰ ਛੱਡ ਕੇ ਲੌਜੀਕਲ ਜਿਹੜਾ ਐਂਡ ਤੱਕ ਨਹੀਂ ਪਹੁੰਚ ਸਕਿਆ। ਉਹਦੇ ਕਾਰਨ ਜਿਹੜੇ ਇਹ ਵੀ ਹੋ ਸਕਦਾ ਕਿ ਆਪਸੀ ਧੜੇਬੰਦੀ ਸੀਗੀ ਔਰ ਆਪਸੀ ਉਹਨਾਂ ਦੀ ਜਿਹੜੀ ਸੀ ਇੱਕ ਦੂਜੇ ਦੇ ਖਿਲਾਫ ਦੂਸ਼ਣਬਾਜ਼ੀ ਵੀ ਚੱਲਦੀ ਰਹੀ। ਦਲਿਤ ਭਾਈਚਾਰਾ ਜਿਹੜਾ ਹੈਗਾ, ਕਿਉਂਕਿ ਆਪਣੇ ਜੋਧਕਾ ਸਾਹਿਬ ਬੈਠੇ ਆ, ਜਿਨ੍ਹਾਂ ਨੇ ਸ਼ਾਇਦ ਮੈਨੂੰ ਲੱਗਦਾ ਕਿ ਸਭ ਤੋਂ ਵੱਧ ਜੇ ਕਿ ਇਹਨੂੰ ਸਮਝ ਹੈਗੀ ਆ ਜਾਂ ਜਿਨ੍ਹਾਂ ਨੇ ਕੰਮ ਕੀਤਾ ਵਾ, ਉਹਨਾਂ ਨੇ ਪੰਜਾਬ ਦੇ ਦਲਿਤ ਭਾਈਚਾਰੇ ਦਾ ਰਾਜਨੀਤਿਕ ਵਿਵਸਥਾ ਦੇ ਨਾਲ ਕਿਸ ਕਿਸਮ ਦਾ ਸੰਬੰਧ ਰਿਹਾ ਔਰ ਕਿਸ ਕਿਸਮ ਦੀ ਉਹਨਾਂ ਦੀ ਡਾਇਨਾਮਿਕਸ ਹੈਗੀ ਸੀ ਰਿਲੇਸ਼ਨਸ਼ਿਪ ਦੀ, ਉਹਦੇ ਬਾਰੇ ਜਾਣਦੇ ਆ। ਦਲਿਤ ਭਾਈਚਾਰਾ ਵੀ ਜਿਹੜਾ ਉੱਦਾਂ ਹੀ ਵੰਡਿਆ ਜਿੱਦਾਂ ਹੋਰ ਭਾਈਚਾਰੇ ਹੈ, ਵਰਟੀਕਲ ਵੰਡੇ ਆ, ਹੌਰੀਜੈਂਟਲ ਵੰਡੇ ਆ, ਰੀਜਨ ਦੇ ਵਿੱਚ ਵੰਡੇ ਆ, ਮਾਝੇ, ਮਾਲਵੇ, ਦੁਆਬੇ 'ਚ ਵੰਡੇ ਆ, ਜਾਂ ਇਹ ਦੇਖਿਆ ਜਾਵੇ ਧਰਮ ਦੇ ਤੌਰ ਤੇ ਵੰਡੇ ਆ। ਇਹ ਜ਼ਰੂਰ ਸੀਗਾ ਕਿ ਐਡਵਾਂਟੇਜ ਹੋ ਸਕਦਾ ਹੈ, ਕਿਉਂਕਿ ਇਸ ਵੇਲੇ 5 ਧਿਰੀ ਮੁਕਾਬਲਾ ਹੈ ਔਰ ਆਲਮੋਸਟ ਜਿਹੜਾ ਤੀਸਰਾ ਹਿੱਸਾ ਜਿਹੜੀ ਆਬਾਦੀ ਹੈਗੀ ਉਹ ਦਲਿਤ ਭਾਈਚਾਰੇ ਦੀ ਆ। ਉਹਨਾਂ ਦੇ ਵਿੱਚ ਇੱਕ ਨਵੀਂ ਸੈਂਸ ਆਫ ਬਿਲੋਂਗਿੰਗ, ਨਵੀਂ ਸੈਂਸ ਆਫ ਇੰਪਾਵਰਮੈਂਟ ਉਹ ਮਹਿਸੂਸ ਕੀਤੀ ਜਾ ਸਕਦੀ ਆ। ਪਰ ਜੇ ਇਕੱਲਾ ਇਹੀ ਦੇਖਿਆ ਜਾਵੇ ਕਿ ਚੰਨੀ ਸਾਹਿਬ ਦੇ ਬਣਨ ਦੇ ਨਾਲ ਹੀ ਜਿਹੜਾ ਹੈਗਾ ਵਾ ਇਹਦਾ ਇੱਕ ਬੈਕਫਾਇਰ ਕਰਨ ਵਾਲਾ ਵੀ ਕੰਮ ਹੈਗਾ, ਕਿਉਂਕਿ ਲਾਸਟ ਇਲੈਕਸ਼ਨ ਦੇ ਵਿੱਚ ਕਾਂਗਰਸ ਨੂੰ ਅਰਬਨ ਏਰੀਆ ਦੇ ਵਿੱਚੋਂ ਜਿਹੜੀ ਅਪਰ ਕਾਸਟ ਸੀਗੀ ਜਾਂ ਹਿੰਦੂ ਸੀਗੇ ਜਾਂ ਪਿੰਡਾਂ ਦੇ ਵਿੱਚੋਂ ਚੰਗੀ ਸਪੋਰਟ ਮਿਲੀ ਸੀਗੀ। ਇਹ ਥੋੜਾ ਜਿਹਾ ਇਸ ਤਰੀਕੇ ਨਾਲ, ਕਿਉਂਕਿ ਬੀਜੇਪੀ ਇੰਡੀਪੈਂਡੈਂਟਲੀ ਚੱਲ ਰਹੀ ਉਹਦੇ ਵਿੱਚੋਂ, ਜਾਂ ਅਮਰਿੰਦਰ ਸਿੰਘ ਉਸ ਪਾਸੇ ਵੱਲ ਆਇਆ ਜਿਹਦਾ ਏਜੰਡਾ ਹੈਗਾ ਵੀ ਇਸ ਕਾਂਗਰਸ ਨੂੰ, ਜਿਹੜੀ ਰੂਲਿੰਗ ਕਾਂਗਰਸ ਵਾ, ਇਹਨੂੰ ਹਰ ਹਾਲਤ ਦੇ ਵਿੱਚ ਰੋਕਿਆ ਜਾਣਾ ਚਾਹੀਦਾ ਵਾ। ਤਾਂ ਇਹ ਦੋ ਪਾਸੇ ਹੀ ਆ ਕਿ ਪਰ ਇਹਦੇ ਨਾਲ ਜਿਹੜੇ ਮੁੱਦਿਆਂ ਦੀ ਗੱਲ ਜਿਹੜੀ ਆ, ਜਦੋਂ ਲੋਕਾਂ ਨੂੰ ਇਹ ਪਤਾ ਲੱਗੂਗਾ ਵੀ ਕਿਹੜਾ ਲੀਡਰ ਜਿਹੜਾ ਹੈਗਾ ਉਹ ਮੁੱਦਿਆਂ ਦੀ ਗੱਲ ਕਰਦਾ ਹੈ, ਕਿਹੜਾ ਲੀਡਰ ਜਿਹੜਾ ਉਹ ਡਿਲੀਵਰ ਕਰ ਸਕਦਾ, ਜਾਂ ਕਿਹੜੇ ਲੀਡਰ ਦੀ ਇੰਨੀ ਸਟੈਂਡਿੰਗ ਹੈਗੀ ਆ। ਮੈਨੂੰ ਇਹ ਲੱਗਦਾ ਕਿ ਚੰਨੀ ਸਾਹਿਬ ਇਹ ਪਾਰਟ ਠੀਕ ਹੈਗਾ, ਪਰ ਜਿਸ ਕਿਸਮ ਦੀ ਪਕੜ ਉਹਦੀ ਪਾਰਟੀ ਦੇ ਉੱਤੇ, ਜਿਸ ਕਿਸਮ ਦੀ ਪਕੜ ਉਹਦੀ ਜਿਹੜੀ ਹੈਗੀ ਆ ਸਰਕਾਰ ਦੇ ਉੱਤੇ,
ਜਾਂ ਜਿਸ ਕਿਸਮ ਦੀ ਪਕੜ ਉਹਦੀ ਪੰਜਾਬ ਦੇ ਲੋਕਾਂ ਦੀ ਇਮੈਜੀਨੇਸ਼ਨ ਦੇ ਵਿੱਚ ਹੋਣੀ ਚਾਹੀਦੀ ਆ, ਉਹਦੇ ਵਿੱਚ ਲੱਗਦਾ ਵੀ ਅਜੇ ਕਾਫੀ ਉਹਨਾਂ ਨੂੰ ਜਿਹੜਾ ਰਸਤਾ ਜਿਹੜਾ ਵਾ ਉਹ ਪਾਰ ਕਰਨਾ ਪੈਣਾ ਹੈ। ਤੋ ਇਸ ਕਰਕੇ ਉਹਨਾਂ ਦੇ ਸਾਹਮਣੇ ਚੈਲੰਜਸ ਵੀ ਹੈਗੇ ਆ, ਔਰ ਉਹਦੇ ਸਾਹਮਣੇ ਹਾਂ ਇਹ ਠੀਕ ਆ ਕਿ ਅਪਰਚੂਨਿਟੀ ਦੇ ਨਾਲ ਨਾਲ ਚੈਲੰਜਸ ਹੈਗੇ, ਪਰ ਮੈਨੂੰ ਹੁਣ ਇਸ ਵੇਲੇ ਲੱਗਦਾ ਹੈ ਕਿ ਉਹਨਾਂ ਦੇ ਅਪਰਚੂਨਿਟੀ ਨਾਲੋਂ ਜਿਹੜੇ ਚੈਲੰਜਸ ਹੈਗੇ ਆ ਉਹ ਜ਼ਿਆਦਾ ਵੱਡੇ ਆ। ਜੀ ਜੋਧਕਾ ਸਾਹਿਬ, ਮੈਨੂੰ ਇਹ ਜ਼ਰੂਰ ਦੱਸਿਓ, ਕਿਉਂਕਿ ਤੁਸੀਂ ਦਿੱਲੀ 'ਚ ਬੈਠੇ ਹੋ ਤੇ ਦਿੱਲੀੋਂ ਪੰਜਾਬ ਕਹਿੰਦੇ ਜ਼ਿਆਦਾ ਸਾਫ਼-ਸਾਫ਼ ਦਿਸਦਾ ਹੈ। ਹਾਲਾਂਕਿ ਪੰਜਾਬ ਨੂੰ ਦਿੱਲੀ ਨੇ ਚੰਗੀ ਤਰ੍ਹਾਂ ਕਦੇ ਦੇਖਿਆ ਨਹੀਂਗਾ, ਲੇਕਿਨ ਇਸ ਵੇਲੇ ਭਾਵੇਂ ਪ੍ਰੋਫੈਸਰ ਸਾਹਿਬ ਕਹਿੰਦੇ ਕਿ ਇਹ ਬਹਿਸ ਹੀ ਫਜ਼ੂਲ ਆ, ਪਰ ਮੈਨੂੰ ਲੱਗਦਾ ਕਿ ਇਹੀ ਸਭ ਤੋਂ ਅਹਿਮ ਬਹਿਸ ਆ ਕਿ ਕੀ ਵਰਗਾਂ 'ਚ ਵੰਡ ਕੇ ਵੋਟ ਪਊਗੀ। ਇਸ ਵੇਲੇ ਚੰਨੀ ਨੂੰ ਪਿਛਾਂਹ ਕਰਕੇ ਕਾਂਗਰਸ ਇਹ ਰਿਸਕ ਲੈ ਸਕਦੀ ਹੈ, ਇਹ ਸਵਾਲ ਸਭ ਤੋਂ ਵੱਡਾ ਹੈ। ਤੇ ਇਸੇ ਹੀ ਨਜ਼ਰੀਏ ਤੋਂ ਸਿੱਧੂ ਦਾ ਚਿਹਰਾ ਅੱਗੇ ਵਧਾਇਆ ਜਾ ਰਿਹਾ ਕਿ ਉਹ ਬਾਗੀਅਨ ਤਬੀਅਤ ਦਾ ਮਾਲਕ ਹੈ ਤੇ ਪੰਜਾਬੀ ਬਾਗੀ ਸੁਭਾਅ ਦੇ ਨਾਲ ਵੀ ਜਾਣਾ ਪਸੰਦ ਕਰਦੇ ਆ। ਸੋ ਮੈਂ ਇਹ ਸਵਾਲ ਨੂੰ ਪਹਿਲਾਂ ਐਡਰੈਸ ਕਰਨਾ ਚਾਹੂੰਗਾ, ਇਸ ਤੋਂ ਪਹਿਲਾਂ ਕਿ ਜਿਹੜੀ ਸੱਤਾ ਦੇ ਖਿਲਾਫ ਵੋਟ ਪੈਂਦੀ ਆ ਉਹ ਕਿੱਦਾਂ ਪਏਗੀ, ਇਹਨੂੰ ਆਪਾਂ ਬਾਅਦ ਚ ਐਡਰੈਸ ਕਰਦੇ ਆ। ਪਹਿਲਾ ਸਵਾਲ ਨਜਿੱਠ ਲਓ ਜੀ। ਸਤਿ ਸ੍ਰੀ ਅਕਾਲ ਜੀ ਰੰਧਾਵਾ ਸਾਹਿਬ ਤੇ ਸਾਰੇ ਦੇਖਣ ਵਾਲੇ ਸੱਜਣ। ਮੈਂ ਦਿੱਲੀ ਨੂੰ ਰਿਪਰੈਜ਼ੈਂਟ ਨਹੀਂ ਕਰ ਰਿਹਾ, ਮੈਂ ਦਿੱਲੀ ਤੋਂ ਨਹੀਂ ਬੋਲ ਰਿਹਾ, ਹਾਲਾਂਕਿ ਮੈਂ ਦਿੱਲੀ ਰਹਿੰਦਾ ਹੈਗਾ। ਦਿੱਲੀ ਰੋਜ਼ ਰੋਟੀ ਦਾ ਹੈਗਾ, ਇਸ ਤੋਂ ਇਲਾਵਾ ਨਾਮ ਮੈਂ ਸੀਗਾ ਨਾਮ ਦਿੱਲੀ ਨਾਲ ਆਈਡੈਂਟੀਫਾਈ ਕਰਨ ਦਿੱਲੀ ਹੈਗਾ। ਦਿੱਲੀ ਤੋਂ ਸਾਰਿਆਂ ਨੂੰ ਪ੍ਰੋਬਲਮ ਹੈਗੀ, ਦਿੱਲੀ ਤੋਂ ਸਾਡੇ ਵਰਗੇ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਹੈਗੀ। ਅਸੀਂ ਤਾਂ ਬਿਲਕੁਲ ਉਹਨਾਂ ਦੀ ਨਜ਼ਰ ਦੇ ਥੱਲੇ ਬੈਠੇ ਆ। ਨਹੀਂ, ਇਹ ਗੱਲਾਂ ਬਿਲਕੁਲ ਅਹਿਮ ਹੈਗੀਆਂ ਜੀ। ਇਹਨਾਂ ਨੂੰ ਮਤਲਬ ਇਤਨਾ ਜਿਵੇਂ ਆਮ ਤੌਰ ਤੇ ਜਿਹੜਾ ਮੀਡੀਆ ਨੈਰੇਟਿਵ ਹੈਗਾ ਜਾਂ ਪਪੂਲਰ ਉਹਦੇ ਚ ਗੱਲ ਕੀਤੀ ਜਾਂਦੀ ਆ, ਜਿਵੇਂ ਸ਼ੇਖੋ ਸਾਹਿਬ ਨੇ ਪਹਿਲੇ ਕਿਹਾ ਕਿ ਕਿਧਰੇ ਵੀ ਸਿਰਫ ਪੰਜਾਬ ਦੀ ਗੱਲ ਨਹੀਂ, ਕਿਧਰੇ ਵੀ ਇਨ ਬਲੌਕ ਵੋਟ ਨਹੀਂ ਪੈਂਦੇ ਕਿਸੇ ਵੀ ਜ਼ਾਤ ਦੇ। ਥੋੜਾ ਬਹੁਤ ਟ੍ਰੈਂਡ ਹੈਗੇ, ਜਿਵੇਂ ਯੂਪੀ ਜਾਓਗੇ ਤਾਂ ਜਿਹੜੇ ਸੋ ਕਾਲਡ ਅਪਰ ਕਾਸਟ ਹੈ ਉਹ ਜ਼ਿਆਦਾ ਬੀਜੇਪੀ ਨੂੰ ਵੋਟ ਪਾਉਣਗੇ, ਤੇ ਦਲਿਤ ਭਾਈਚਾਰਾ ਜਿਹੜਾ ਹੋ ਮਤਲਬ ਉਹ ਥੋੜਾ ਬੀਐਸਪੀ ਵੱਲ ਹੋਏਗਾ, ਜਾਂ ਓਬੀਸੀ ਵੋਟ ਜਿਹੜਾ, ਪਰ ਓਬੀਸੀ ਬਹੁਤ ਸਾਰੇ ਜਿਹੜੇ ਬੀਜੇਪੀ ਨੂੰ ਪਾਉਂਦੇ ਆ, ਦਲਿਤ ਵੀ ਜਿਹੜੇ ਉਹ ਬੀਜੇਪੀ ਨੂੰ ਪਾਉਂਦੇ, ਜਾਂ ਵਾਈਸ ਵਰਸਾ ਵੀ ਹੁੰਦਾ ਹੈਗਾ। ਇਹ ਸਾਰਿਆਂ ਪਾਸੇ ਹੀ ਹੈਗਾ। ਇਹ ਨਾ ਅਨਨੈਸੈਸਰੀਲੀ ਓਵਰਸਟੇਟਡ ਨੈਰੇਟਿਵ ਹੈਗਾ। ਉਹ ਕਹਿਣ ਦੇ ਬਾਵਜੂਦ ਕਿਸੇ ਨਾ ਕਿਸੇ ਲੈਵਲ ਤੇ ਜਦੋਂ ਚੰਨੀ ਨੂੰ ਚੀਫ ਮਿਨਿਸਟਰ ਬਣਾਇਆ ਸੀਗਾ, ਅੱਜ ਤੋਂ 3 ਮਹੀਨੇ ਪਹਿਲੇ ਦੀ ਗੱਲ ਹੈ, ਇੱਕ ਨਵੀਂ ਐਕਸਾਈਟਮੈਂਟ ਸੀਗੀ ਪੰਜਾਬ ਦੇ ਵਿੱਚ, ਤੇ ਪੰਜਾਬ ਦੇ ਦਲਿਤ ਭਾਈਚਾਰੇ ਦੇ ਵਿੱਚ ਬਹੁਤ ਹੀ ਜ਼ਿਆਦਾ ਐਕਸਾਈਟਮੈਂਟ ਸੀਗੀ ਕਿ ਹਾਂ ਦੇਖੋ ਜੀ ਪੰਜਾਬ ਦੇ ਵਿੱਚ ਪਰਿਵਰਤਨ ਆ ਗਿਆ। ਜਿਵੇਂ ਗੱਲ ਕੀਤੀ ਆ ਕਿ ਇੱਕ ਮਹਾਰਾਜ ਨੂੰ ਹਟਾ ਕੇ ਤੇ ਇੱਕ ਦਲਿਤ ਨੂੰ ਬਣਾਇਆ। ਹੁਣ ਹੋਇਆ ਕੀ ਹੈ ਕਿ ਪਿਛਲੇ ਮੈਂ ਜੋ ਦੂਰ ਬੈਠ ਕੇ ਦੇਖ ਰਿਹਾ, ਉਹਦਾ ਫਾਇਦਾ ਵੀ ਹੁੰਦਾ ਦੂਰ ਬੈਠਣ ਦਾ। ਮੈਨੂੰ ਇਹ ਲੱਗਦਾ ਕਿ ਪੰਜਾਬ ਦੇ ਵਿੱਚ ਇਸ ਟਾਈਮ ਜ਼ਾਤ ਬਰਾਦਰੀਆਂ ਦੀ ਗੱਲ ਕੋਈ ਨਹੀਂ ਕਰ ਰਿਹਾ, ਕਿਉਂਕਿ ਇਸ਼ੂ ਆ ਗਿਆ ਸਾਹਮਣੇ। ਕਿਸਾਨ ਵਿੱਚ ਆ ਗਏ, ਆਮ ਆਦਮੀ ਪਾਰਟੀ ਆ ਗਈ, ਉਹ ਇੱਕ ਨਵੇਂ ਆਪਣੇ ਤਰੀਕੇ ਨਾਲ ਉਹਨੇ ਸੀਐਮ ਕੈਂਡੀਡੇਟ ਅਨਾਉਂਸ ਕਰਤਾ। ਬਾਕੀ ਅਕਾਲੀਆਂ ਦੇ ਆਪਣੇ ਇਸ਼ੂ ਹੈਗੇ, ਫਿਰ ਉਹ ਦੂਜੇ ਤੁਹਾਡੇ ਬੇਅਦਬੀਆਂ ਦੇ ਇਸ਼ੂ, ਤੇ ਬਾਕੀ ਜਿਹੜੇ ਸਾਰੇ ਦੇ ਇਸ਼ੂ ਹੈਗੇ ਪੰਜਾਬ ਦੇ, ਉਹ ਕਾਫੀ ਹਾਈਲਾਈਟ ਹੋ ਰਿਹਾ। ਚੰਗੀ ਗੱਲ ਹੈ, ਹੋਣੇ ਚਾਹੀਦੇ ਆ, ਪਰ ਇਹਦਾ ਮਤਲਬ ਇਹ ਨਹੀਂ ਕਿ ਜ਼ਾਤ ਬਰਾਦਰੀਆਂ ਖਤਮ ਹੋ ਜਾਂਦੀਆਂ। ਥੱਲੇ ਜਿਹੜੀਆਂ ਕਨਸਟੀਚੁਐਂਸੀਜ਼ ਹੈਗੀਆਂ ਤੁਹਾਡੀਆਂ, ਤੁਹਾਨੂੰ ਕੌਣ ਤੁਸੀਂ ਅਪੀਲ ਕਰੇਗੇ, ਕਿਉਂਕਿ ਸਾਰ ਬੰਦਾ ਜਿਹੜਾ ਉਸੇ ਕਨਸਟੀਚੁਐਂਸੀ ਨੂੰ ਅਪੀਲ ਕਰ ਰਿਹਾ। ਆਮ ਵੋਟਰ ਜਿਹੜਾ ਸੋ ਕਾਲਡ ਆਮ ਵੋਟਰ ਕੌਣ ਹੈਗਾ? ਆਮ ਵੋਟਰ ਨਾਂ ਦੀ ਕੋਈ ਚੀਜ਼ ਹੁੰਦੀ ਨਹੀਂ ਗੀ। ਜਦੋਂ ਤੁਸੀਂ ਫੀਲਡ 'ਚ ਜਾਓਗੇ, ਉਹਦੀ ਫਿਰ ਵੱਖਰੀਆਂ ਵੱਖਰੀਆਂ ਆਈਡੈਂਟੀਟੀਜ਼ ਹੈਗੀਆਂ, ਵੱਖਰੇ ਵੱਖਰੇ ਰੀਜਨਸ ਹੈਗੇ, ਵੱਖਰੇ ਵੱਖਰੇ ਕੌਨਟੈਕਸਟ ਹੈਗੇ, ਉਹ ਦੋਨੋਂ ਪਾਸੇ ਕੰਮ ਕਰਦੀ। ਜਿਵੇਂ ਸ਼ੇਖੂ ਸਾਹਿਬ ਨੇ ਕਿਹਾ ਸੀਗਾ ਕਿ ਹਾਂ ਵੀ ਉਹ ਬੜੇ ਵੰਡੇ ਹੈਗੇ, ਨੈਚੁਰਲੀ ਵੰਡੇ ਹੈਗੇ, ਜਿਹੜੇ ਉਹ ਸੋ ਕਾਲਡ 1/3 ਵੋਟਰ ਹੈਗੇ, ਉਹ 1/3 ਵੀ ਨਹੀਂ ਹੈਗੇ ਐਕਚੁਅਲੀ। ਪੰਜਾਬ ਦਾ ਜਿਹੜਾ ਸ਼ੈਡਿਊਲਡ ਕਾਸਟ ਦੀ ਡੈਮੋਗ੍ਰਾਫਿਕਸ ਹੈਗੀ, ਉਹ ਬਾਕੀ ਸਟੇਟਾਂ ਨਾਲੋਂ ਜ਼ਿਆਦਾ ਕੰਪਲਿਕੇਟਡ ਹੈਗੀ। ਉਹ 2001 ਦੇ ਵਿੱਚ ਪੰਜਾਬ ਦੇ ਵਿੱਚ ਸ਼ੈਡਿਊਲਡ ਕਾਸਟ 28% ਸੀਗੇ, 2011 ਦੇ ਵਿੱਚ ਸਡਨਲੀ 32% ਹੋ ਗਈ, ਕਿਉਂਕਿ ਰਾਏ ਸਿੱਖ ਮਿਲਾ ਲਏ ਗਏ ਸੀਗੇ। ਹੁਣ ਰਾਏ ਸਿੱਖ ਦੀ ਕੋਈ ਉਹ ਆਪਣੀ ਅਨਟਚੇਬਲ ਵਾਲੀ ਆਈਡੈਂਟੀਟੀ ਨਹੀਂ ਹੈਗੀ, ਉਹ ਦਲਤਾਂ ਵਾਲੀ ਆਈਡੈਂਟੀਟੀ ਨਹੀਂ ਹੈਗੀ, ਉਹ ਅਜੇ ਵੀ ਰਾਏ ਸਿੱਖ ਹੀ ਹੈਗੇ। ਉਹਨਾਂ ਦਾ ਪੋਲੀਟੀਕਲ ਬਿਹੇਵੀਅਰ ਕਿਵੇਂ ਹੋਏਗਾ, ਵੀ ਡੋਂਟ ਰੀਅਲੀ ਨੋ। ਤੋ ਇਹਨੂੰ 32% ਜਾਂ 35% ਮੰਨ ਕੇ ਚੱਲਣਾ ਆਪਣੇ ਆਪ ਵਿੱਚ ਇੱਕ ਤਾਂ ਡੈਮੋਗ੍ਰਾਫਿਕ ਮਿਸਟੇਕ ਹੈਗੀ। ਪਰ ਉਹਦੇ ਵਿੱਚ ਵੀ ਫਿਰ ਅੱਗੇ ਵੱਖਰੇ ਵੱਖਰੇ ਹੈਗੇ, ਜਿਵੇਂ ਦੋ ਭਾਈਚਾਰੇ ਹੈਗੇ ਸਾਡੇ ਤੁਹਾਡੇ, ਜਿਹੜੇ ਇੱਕ ਕਲਸਟਰ ਹੈਗਾ, ਜਿਹੜਾ ਇੱਕ ਆਦ ਧਰਮ ਚਮਾਰ ਤੇ ਕੀ ਨਾ ਆਪਣਾ ਰਾਮਦਾਸੀ ਰਵਿਦਾਸੀ, ਇਹ ਕਲਸਟਰ ਕਾਫੀ ਵੱਡਾ ਸਾਰਾ ਕਲਸਟਰ ਹੈਗਾ। ਦੂਜੇ ਪਾਸੇ ਤੁਹਾਡਾ ਵਾਲਮੀਕੀ ਮਜ਼ਬੀ ਸਿੱਖ ਕਲਸਟਰ ਹੈਗਾ, ਉਹ ਵੀ ਕਾਫੀ ਵੱਡਾ ਸਾਰਾ ਹੈਗਾ। ਇਹਨਾਂ ਕਲਸਟਰਸ ਦੇ ਵੀ ਆਪਸ ਦੇ ਵਿੱਚ ਡਿਫਰੈਂਸਿਸ ਹੈਗੇ, ਆਪਸ ਦੇ ਵਿੱਚ ਹੈਗੇ, ਪਰ ਕਿਸੇ ਨਾ ਕਿਸੇ ਲੈਵਲ ਤੇ ਜਿਹੜੀਆਂ ਓਫੀਸ਼ੀਅਲਾਈਜ਼ਡ ਆਈਡੈਂਟੀਟੀਜ਼ ਹੈਗੀਆਂ, ਜਿਹਨੂੰ ਸ਼ੈਡਿਊਲਡ ਕਾਸਟ ਕਹਿੰਦੇ ਆ, ਉਹਨਾਂ ਦਾ ਇੱਕ ਆਪਣਾ ਐਕਸਪੀਰੀਅੰਸ ਹੈਗੀ, ਉਹਨਾਂ ਦੀ ਵੀ ਆਪਣੀ ਇੱਕ ਲਾਈਫ, ਦੇ ਐਕਵਾਇਰ ਲਾਈਫ ਆਫ देयर ਓਨ ਇਨ ਦ ਪ੍ਰੋਸੈਸ ਆਫ ਬਿਕਮਿੰਗ। ਹੁਣ ਉਹ ਕਿਸੇ ਨਾ ਕਿਸੇ ਲੈਵਲ ਤੇ ਇਹ ਨਹੀਂ ਕਿਹਾ ਜਾ ਸਕਦਾ ਕਿ ਇਹਦਾ ਕੋਈ ਅਸਰ ਨਹੀਂ ਪਏਗਾ, ਕਿ ਜਿਸ ਤਰੀਕੇ ਪੰਜਾਬ ਦੇ ਵਿੱਚ ਇੰਨੀ ਕੰਪੈਟੀਟਿਵ ਹੋ ਗਈ ਇਸ ਵਾਰੀ ਇਲੈਕਟੋਰਲ ਪੋਲਿਟਿਕਸ, 2-3% ਦੇ ਨਾਲ ਬਹੁਤ ਫਰਕ ਪੈ ਸਕਦਾ। ਜੇ ਕਾਂਗਰਸ ਚੰਨੀ ਨੂੰ ਪਾਸੇ ਕਰਦੀ ਆ ਤੇ 3-4-5% ਦਾ ਵੀ ਵੋਟ ਫਰਕ ਪੈ ਜੇ ਕਾਂਗਰਸ ਨੂੰ, that can mean a lot in many constituencies। ਇਸ ਵਾਸਤੇ ਕਾਂਗਰਸ ਨੂੰ ਕਾਫੀ ਸੀਰੀਅਸਲੀ ਕੰਸੀਡਰ ਕਰਨਾ ਪੈਣਾ ਇਹਦੇ ਬਾਰੇ, ਇੰਨਾ ਸੌਖਾ ਨਹੀਂ ਹੋਣਾ। ਸਿੱਧੂ ਦਾ ਐਡਵਾਂਟੇਜ ਇਹ ਹੈਗਾ, ਜਿਹੜੀ ਤੁਸੀਂ ਗੱਲ ਕਰ ਸੀ ਐਂਟੀ ਇਨਕੰਬੈਂਸੀ, ਉਹ ਐਂਟੀ ਇਨਕੰਬੈਂਸੀ ਤੁਹਾਡੇ ਘਰ ਦੇ ਵਿੱਚ ਹੀ ਸਿਮਟ ਜਾਂਦੀ ਹੈਗੀ। ਜੀ ਐਂਟੀ ਕਾਂਗਰਸ ਜਿਹੜਾ ਵੋਟ ਹੈਗਾ, ਜਾਂ ਪੁਰਾਣਾ ਜਿਹੜਾ
ਐਂਟੀ ਇਸਟੈਬਲਿਸ਼ਮੈਂਟ ਵੋਟ ਸੀਗਾ, ਹੁਣ ਸਿੱਧੂ ਨੂੰ ਜਾ ਰਿਹਾ। ਉਹਦਾ ਐਡਵਾਂਟੇਜ ਵੀ ਹੈਗਾ ਕਾਂਗਰਸ ਨੂੰ, ਕਿਉਂਕਿ ਸਿੱਧੂ ਨੂੰ ਅੱਗੇ ਕਰੋ ਤਾਂ ਸਿੱਧੂ ਇੱਕ ਵੱਖਰਾ ਤਰ੍ਹਾਂ ਦਾ ਇੱਕ ਆਈਡੈਂਟੀਟੀ ਲੈ ਕੇ ਆ ਰਿਹਾ। ਉਹਦੇ ਵਿੱਚ ਉਹ ਵੀ ਉਹ ਜਾਤ ਬਰਾਦਰੀ ਦੀ ਗੱਲ ਨਹੀਂ ਕਰਦਾ, ਪਰ ਉਸ ਤੋਂ ਜ਼ਿਆਦਾ ਇਹ ਹੈਗਾ ਕਿ ਆਪੋਜੀਸ਼ਨਲ ਵੋਟ ਜਿਹੜਾ ਉਹ ਸਿੱਧੂ ਅਟਰੈਕਟ ਕਰ ਸਕਦਾ। ਸੋ ਦੋਨਾਂ ਪਾਸੇ ਕਾਂਗਰਸ ਨੂੰ ਦੋਨਾਂ ਦੇ ਫਾਇਦੇ ਹੈਗੇ, ਤੇ ਚੰਨੀ ਨੂੰ ਹਟਾਉਣਾ ਸੌਖਾ ਨਹੀਂ ਹੋਣਾ, ਕਿਉਂਕਿ ਉਹ ਇਲੈਕਸ਼ਨ ਕੈਲਕੂਲੇਟ ਕਰ ਰਿਹਾ। ਉਹਨਾਂ ਨੂੰ ਵੀ ਗਰਾਊਂਡ ਸਿਚੁਏਸ਼ਨ ਦਾ ਪਤਾ ਹੋਣਾ ਕਿ ਆਹ ਬਰਾਦਰੀਆਂ ਦੇ ਵੋਟ ਤਾਂ ਸਾਨੂੰ ਪੈਣੇ ਨਹੀਂ ਸੌਖੇ ਜੇ। ਹੁਣ ਸਿੱਧੂ ਬਰਾਦਰੀ ਦੇ ਵੋਟ ਲਾਸਟ ਮਿੰਟ ਤੇ ਪੈ ਵੀ ਸਕਦੇ ਆ, ਹੋ ਸਕਦਾ ਨਾ ਵੀ ਪੈਣ। ਬੀਜੇਪੀ ਹੈਗੀ ਉਹਨਾਂ ਦੇ ਵਾਸਤੇ, ਬਾਕੀ ਪਾਰਟੀਆਂ ਵੀ ਹੈਗੀਆਂ, ਅਮਰਿੰਦਰ ਸਿੰਘ ਵੀ ਹੈਗਾ, ਤੇ ਉਹ ਕਈ ਚੀਜ਼ਾਂ ਨੇ ਉਹਨਾਂ ਨੂੰ ਕੈਲਕੂਲੇਟ ਕਰਨੀਆਂ ਪੈਣੀਆਂ ਹੈਗੀਆਂ। ਤੇ ਇਸ ਵਾਸਤੇ ਮੈਨੂੰ ਇਹ ਨਹੀਂ ਲੱਗਦਾ ਕਿ ਕਾਂਗਰਸ ਵਾਸਤੇ ਸੌਖਾ ਹੋਏਗਾ ਕਿ ਚੰਨੀ ਨੂੰ ਪਾਸੇ ਕਰਕੇ ਸਿੱਧੂ ਨੂੰ ਅੱਗੇ ਲਿਆਉਣ। ਹੁਣ ਕਿਸੇ ਨਾ ਕਿਸੇ ਤਰੀਕੇ ਉਹਨਾਂ ਨੂੰ ਚਾਹੀਦਾ ਹੈਗਾ, ਕੋਸ਼ਿਸ਼ ਕਰਨੀ ਪੈਣੀ ਕਿ ਦੋਨੋਂ ਇਕੱਠੇ ਰਹਿਣ। ਪੰਜਾਬ ਦਾ ਚਿਹਰਾ ਕਾਂਗਰਸ ਦੇ ਵਾਸਤੇ ਉਹੀ ਫਾਇਦੇ ਦੀ ਗੱਲ ਹੈ ਜੀ। ਪ੍ਰੋਫੈਸਰ ਸਾਹਿਬ ਤੁਸੀਂ ਸੁਣ ਰਹੇ ਹੋ ਜੀ? ਬਿਲਕੁਲ ਜੀ, ਬਿਲਕੁਲ ਸੁਣ ਰਿਹਾ ਜੀ। ਪਰ ਪ੍ਰੋਫੈਸਰ ਸਾਹਿਬ ਤੁਸੀਂ ਥੋੜਾ ਜਿਹਾ ਚਿਹਰਾ ਪਿੱਛੇ ਲੈ ਜਾਓ ਜਦੋਂ ਬੋਲਣਾ। ਲੇਕਿਨ ਮੇਰਾ ਸਵਾਲ ਇਹ ਆ ਕਿ ਜੇ ਕੰਪੈਰੀਜ਼ਨ ਦੇ ਵਿੱਚ ਮੰਨ ਲਓ ਅੱਜ ਦੇ ਦਿਨ ਦੇ ਵਿੱਚ ਚੰਨੀ ਦੇ ਬਜਾਏ ਸਿੱਧੂ ਨੂੰ ਚਿਹਰਾ ਐਲਾਨਤਾ ਜਾਂਦਾ ਹੈ, ਤਾਂ ਨੁਕਸਾਨ ਤੇ ਫਾਇਦਿਆਂ ਦੇ ਨਜ਼ਰੀਏ ਤੋਂ ਕੋਈ ਕੰਪੈਰੀਜ਼ਨ ਕਰ ਸਕੋਗੇ ਜੀ ਇਸ ਵੇਲੇ? ਉਹ ਤੇ ਹੀ ਹੈਗਾ, ਭੂਆ ਵਾਲਾ ਤੇ ਚਾਚੀ ਵਾਲਾ ਹੀ ਸਵਾਲ ਆ। ਤੁਸੀਂ ਥੋੜਾ ਪਿੱਛੇ ਹੋ ਕੇ ਗੱਲ ਕਰਿਓ, ਸ਼ਾਇਦ ਸੌਖਾ ਹੋਊਗਾ ਜੀ। ਜੀ ਮੈਂ ਕਹਿੰਦਾ ਉਹ ਤੁਹਾਡੀ ਗੱਲ ਤੇ ਹੈਗੀ ਆ ਵੀ ਉਹ ਨਹੀਂ ਹੁੰਦਾ ਤੇ ਭੂਆ ਹੋਣਾ ਸੀ, ਨਹੀਂ ਹੁੰਦਾ ਤੇ ਚਾਚਾ ਵਾ। ਉਹ ਹਿਸਾਬ ਆ ਇਹਨਾਂ ਦੋਵਾਂ ਦਾ। ਠੀਕ ਹੈ। ਉਹਦਾ ਕਾਰਨ ਇਹ ਹੈਗਾ ਕਿ ਇਹ ਮੁੱਦੇ ਜੋਧਕਰ ਸਾਹਿਬ ਨੇ ਬਿਲਕੁਲ ਕਹਿ ਦਿੱਤਾ, ਕਾਂਗਰਸ ਬੜੀ ਕਸੂਤੀ ਸਥਿਤੀ ਫਸ ਗਈ ਆ। ਔਰ ਖਾਸ ਕਰਕੇ ਰਾਹੁਲ ਗਾਂਧੀ ਜੀ ਦਾ ਜੋ ਅੰਮ੍ਰਿਤਸਰ ਚ ਆਣ ਕੇ ਇਹ ਬਿਆਨ ਦੇਣ ਦਾ ਮੈਨੂੰ ਨਹੀਂ ਲੱਗਦਾ ਵੀ ਕੋਈ ਪੋਲੀਟੀਕਲ ਵਾਈਜ਼ ਡਿਸੀਜਨ ਹੈਗਾ ਸੀਗਾ ਕਿ ਫਿਰ ਇਹ ਜਿਹੜੀ ਇੱਕ ਕਿਸਮ ਦਾ ਥੋੜਾ ਜਿਹਾ ਸੈਟਲਡ ਹੋਇਆ ਕੰਮ ਆ, ਭੁੰਡਾਂ ਦੀ ਖੱਖਰ ਨੂੰ ਫਿਰ ਛੇੜ ਦਿੱਤਾ ਵੀ ਅਸੀਂ ਇਲੈਕਸ਼ਨਸ ਤੋਂ ਪਹਿਲਾਂ ਜਿਹੜਾ ਸੀਗਾ ਚੀਫ ਮਿਨਿਸਟਰ ਦਾ ਚਿਹਰਾ ਐਲਾਨ ਕਰਾਂਗੇ। ਹੁਣ ਸਾਰਿਆਂ ਦਾ ਨਿਗਾਹ ਜਿਹੜੀ ਹੈਗੀ ਆ ਕਿ ਕਿਹੜਾ ਉਹਨਾਂ ਦਾ ਪ੍ਰੋਬੇਬਲ ਕੈਂਡੀਡੇਟ ਹੋਊਗਾ ਚੀਫ ਮਿਨਿਸਟਰ ਦਾ। ਇਸ ਵੇਲੇ ਪੰਜਾਬ ਦੀ ਸਮੱਸਿਆ ਇਹ ਹੈਗੀ ਆ ਕਿ ਚੀਫ ਮਿਨਿਸਟਰ ਕੋਈ ਵੀ ਹੋ ਜਾਵੇ, ਲੋਕੀ ਤਾਂ ਬੜੀ ਹੋਰ ਮਤਲਬ ਟਰਮੋਲੋਜੀ ਯੂਜ਼ ਕਰਦੇ ਆ ਵੀ ਸਾਡੇ ਵੱਲੋਂ ਕੋਈ ਕਾਲਾ ਚੋਰ ਆ ਜੇ, ਸਾਡੇ ਮਸਲਿਆਂ ਦੀ ਗੱਲ ਕਰੇ ਆਣ ਕੇ। ਕਿਸਾਨ ਤਾਂ ਸਿੱਧੇ ਤੌਰ ਤੇ ਇਹ ਗੱਲ ਕਰਦੇ ਆ, ਇਹ ਮਸਲੇ ਹੈਗੇ ਆ। ਜਿੰਨੇ ਵੀ ਚੀਫ ਮਿਨਿਸਟਰ ਬਣਨਾ ਵਾ, ਅਜੇ ਤਾਂ ਚੀਫ ਮਿਨਿਸਟਰ ਬਣਨਾ ਕਿ ਨਹੀਂ ਬਣਨਾ, ਪਹਿਲੋਂ ਇਲੈਕਸ਼ਨਾਂ ਤੇ ਜਿੱਤ ਲਓ, ਪਹਿਲੋਂ 60 ਆਪਣੀਆਂ ਸੀਟਾਂ ਤੇ ਪੱਕੀਆਂ ਕਰ ਲਓ। ਕਾਂਗਰਸ ਨੂੰ ਇਸ ਵੇਲੇ ਚੌਂ ਪਾਸਿਆਂ ਤੋਂ ਆਪਣਿਆਂ ਤੋਂ ਤਾਂ ਇਹ ਨਹੀਂ ਬਚੇ, ਕਿਉਂਕਿ ਜਿਸ ਕਿਸਮ ਦੀ ਉਹਦਾ ਕਾਰਨ ਆਪਾਂ ਪਹਿਲਾਂ ਕਰ ਚੁੱਕੇ ਹਾਂ ਵੀ ਆਰਗੇਨਾਈਜ਼ੇਸ਼ਨ ਸਟਰਕਚਰ ਜਿਹੜਾ ਹੈਗਾ ਵਾ ਪਾਰਲੀਮੈਂਟ ਸਿਸਟਮ ਦੇ ਵਿੱਚ ਉਹ ਬਹੁਤ ਤਕੜਾ ਹੋਣਾ ਚਾਹੀਦਾ। ਪਾਰਟੀ ਸਟਰਕਚਰ ਉਹ ਹੈ ਨਹੀਂਗਾ, ਉਹ ਕਰੰਬਲਡ ਪਾਰਟੀ ਸਟਰਕਚਰ ਹੈਗਾ, ਪਿੰਡ ਤੋਂ ਲੈ ਕੇ ਉੱਤੋਂ ਤੱਕ ਦਿੱਲੀ ਤੱਕ, ਜਿੱਥੇ ਜੋਧਕਾ ਸਾਹਿਬ ਬੈਠੇ ਜ਼ਿਆਦਾ ਨੇੜਿਓਂ ਦੇਖ ਸਕਦੇ ਹੋ ਗੱਲ ਨੂੰ। ਆਪ ਹੁਦਰਾਪਣ ਬਹੁਤ ਜ਼ਿਆਦਾ ਹੈ ਪਾਰਲੀਮੈਂਟ ਨਿਜ਼ਾਮ ਦੇ ਵਿੱਚ। ਇਹ ਜਿਹੜੀਆਂ ਬਹੁਤ ਵੱਡੇ ਚੈਲੰਜਸ ਹੁੰਦੇ ਆ, ਤੋ ਇਸ ਕਰਕੇ ਲਿਆਉਣ ਏ ਨੂੰ ਲਿਆਉਣ ਬੀ ਨੂੰ ਲਿਆਉਣ। ਅਜੇ ਇਹ ਸਵਾਲ ਜੇ ਇਹ ਸਵਾਲ ਸੈਟਲ ਨਾ ਹੋਇਆ ਤੇ ਹੋਰ 15 ਦਿਨਾਂ ਨੂੰ ਜਿਹੜੀ ਹੈਗੀ ਆ 20 ਦਿਨਾਂ ਨੂੰ ਇਲੈਕਸ਼ਨ ਆ ਪੰਜਾਬ ਦੇ ਵਿੱਚ। ਜਦੋਂ ਕਿ ਲੋਕਾਂ ਦੇ ਮੁੱਦੇ ਜਿਹੜੇ ਹੈਗੇ ਆ ਉਹਨਾਂ ਨੂੰ ਕਦੋਂ ਐਡਰੈਸ ਕਰਨਗੇ, ਕਦੋਂ ਕਲੈਕਟਿਵ ਫੇਸ ਅੱਗੇ ਲੈ ਕੇ ਆਉਣਗੇ। ਇਸ ਵੇਲੇ ਉਹਨਾਂ ਨੂੰ ਚੈਲੰਜ ਮੈਨੂੰ ਲੱਗਦਾ ਹੈ ਕਿ ਸਾਰੇ ਉਹਨਾਂ ਦੇ ਮਗਰ ਹੱਥ ਧੋ ਕੇ ਬੈਠੇ ਆ। ਅਮਰਿੰਦਰ ਸਿੰਘ ਨੇ ਕਾਂਗਰਸ ਦੇ ਵਿੱਚ ਪੁਰਾਣੇ ਸੈੱਲ ਹੈਗੇ ਬੰਦੇ ਵੀ ਗਏ ਆ, ਉਹਦਾ ਸਭ ਤੋਂ ਜ਼ਿਆਦਾ ਜ਼ੋਰ ਇਹ ਹੋਊਗਾ ਕਿ ਮੈਂ ਕਿਸੇ ਨਾ ਕਿਸੇ ਤਰੀਕਾ ਇਹਨਾਂ ਦੀਆਂ ਪਹਿਲਾਂ ਲੱਤਾਂ ਜਿਹੜੀਆਂ ਨਾ ਉਹਨਾਂ ਨੂੰ ਛਿੱਲਾਂ। ਨਾਲ ਹੀ ਕਾਂਗਰਸ ਦੀ ਜਿਹੜੀ ਸਪੋਰਟ ਬੇਸ ਸੀਗੀ, ਜਦੋਂ ਅਕਾਲੀ ਦਲ ਬੀਜੇਪੀ ਨੂੰ ਵੋਟਾਂ ਨਹੀਂ ਸੀ ਮਿਲਦੀਆਂ ਤੇ ਅਰਬਨ ਜਿਹੜੀ ਵੋਟ ਸੀਗੀ, ਖਾਸ ਕਰਕੇ ਆਪਾਂ ਪਿਛਲੀਆਂ ਇਲੈਕਸ਼ਨਾਂ ਦੇ ਵਿੱਚ ਵੇਖਿਆ ਜਦੋਂ ਕਾਂਗਰਸ ਜਿੱਤਦੀ ਰਹੀ ਆ, ਸ਼ਹਿਰੀ ਵੋਟ ਖਾਸ ਕਰਕੇ ਜਿਹਨੂੰ ਆਪਾਂ ਕਹਿ ਦਿੰਦੇ ਆ, ਉਹ ਕਾਂਗਰਸ ਨੂੰ ਵੱਡੀ ਗਿਣਤੀ ਦੇ ਵਿੱਚ ਪੈਂਦੀ ਰਹੀ ਆ। ਜਿਹੜਾ ਮੈਨੂੰ ਲੱਗਦਾ ਵੀ ਇਹ ਕਿਸੇ ਵੀ ਚੀਫ ਮਿਨਿਸਟਰ ਨੂੰ ਲੈ ਆਉਣਗੇ ਇਸ ਵੇਲੇ ਥੋੜਾ ਉਹਨਾਂ ਨੂੰ ਜ਼ਿਆਦਾ ਚੈਲੰਜ ਫੇਸ ਕਰਨ ਦਾ ਪੈਣਾ ਹੈ। ਹਾਂ, ਇਹ ਗੱਲ ਠੀਕ ਆ ਕਿ ਚੰਨੀ ਦੇ ਰਹਿਣ ਨਾਲ ਉਹ ਚੈਲੰਜ ਥੋੜਾ ਵੱਡਾ ਹੋ ਸਕਦਾ, ਸਿੱਧੂ ਦੇ ਆਉਣ ਦੇ ਨਾਲ ਉਹ ਜਿਹੜਾ ਥੋੜਾ ਜਿਹਾ ਹੋ ਸਕਦਾ। ਕਾਂਗਰਸ ਦਾ ਕੰਮ ਉਹ ਹੈ ਕਿ ਸੱਪ ਜਿਹੜਾ ਕੋੜ ਕਿਰਲੀ, ਸੱਪ ਦੇ ਮੂੰਹ 'ਚ ਕੋੜ ਕਿਰਲੀ ਵਾਲੀ ਗੱਲ ਹੈਗੀ ਆ, ਖਾਸ ਕਰਕੇ ਲੀਡਰਸ਼ਿਪ ਦੇ ਮੁੱਦੇ ਉੱਤੇ। ਮੈਨੂੰ ਲੱਗਦਾ ਵੀ ਲੀਡਰਸ਼ਿਪ ਦੇ ਮੁੱਦੇ ਨਾਲੋਂ ਜਿਹੜੇ ਇਸ਼ੂਜ਼ ਇਸ ਵੇਲੇ, ਕਿਉਂਕਿ ਹੁਣ ਪਿੰਡਾਂ 'ਚ ਜਾਂਦੇ ਆ, ਪਿੰਡਾਂ 'ਚ ਲੋਕੀ ਇਹਨਾਂ ਨੂੰ ਇਹ ਨਹੀਂ ਪੁੱਛਦੇ ਕਿ ਤੁਹਾਡਾ ਚੀਫ ਮਿਨਿਸਟਰ ਕਿਹੜਾ ਬਣੂਗਾ, ਚਾਹੇ ਤੁਹਾਡਾ ਮੰਤਰੀ ਕਿਹੜਾ ਬਣੂਗਾ। ਉਹ ਕਹਿੰਦਾ ਭਾਈ ਆਹ ਜਿਹੜਾ ਤੁਸੀਂ 5 ਸਾਲ ਪਹਿਲਾਂ ਵਾਅਦੇ ਕੀਤੇ ਸੀਗੇ, ਸਾਡੇ ਨਾਲ ਵਾਅਦੇ ਕੀਤੇ ਸੀ, ਉਹਨਾਂ ਵਾਅਦਿਆਂ ਦਾ ਕੀ ਬਣਿਆ ਔਰ ਉਹ ਵਾਅਦੇ ਜਿਹੜਾ ਕੌਣ ਪੂਰੇ ਕਰੂਗਾ। ਆਲਟਰਨੇਟਿਵ ਹੈਗੀ ਆ, ਰਾਜਨੀਤੀ ਸਿਰਫ ਕਾਂਗਰਸ ਦੀ ਮੋਨੋਪੋਲੀ ਨਹੀਂ ਜਿਹੜੀ ਪਹਿਲਾਂ ਆਜ਼ਾਦੀ ਤੋਂ ਬਾਅਦ 20 ਸਾਲ ਰਹੀ ਸੀਗੀ। ਹੁਣ ਉਹਦੇ ਪੈਰਲਲ ਜਿਹੜੀਆਂ ਹੈਗੀਆਂ ਵਾ ਧਿਰਾਂ ਤੁਰੀਆਂ ਫਿਰਦੀਆਂ ਵਾ। ਆਮ ਆਦਮੀ ਪਾਰਟੀ ਆ, ਅਕਾਲੀ ਦਲ ਰਿਵਾਈਵ ਕਰ ਰਿਹਾ। ਬਹੁਤ ਇੰਟਰਸਟਿੰਗ ਗੱਲ ਹੈਗੀ ਆ, ਕਾਂਗਰਸ ਦਾ ਜਿੰਨਾ ਵੀ ਲਾਸ ਹੋਊਗਾ ਉਹਦੇ ਵਿੱਚ ਐਡਵਾਂਟੇਜ ਇਸ ਵੇਲੇ ਲੱਗਦਾ ਵੀ ਅਕਾਲੀ ਦਲ ਨੂੰ ਹੋ ਰਿਹਾ, ਭਾਵੇਂ ਕਿ ਇਸ ਵੇਲੇ ਥੋੜਾ ਬਹੁਤਾ ਜੀ ਓਵਰਆਲ ਦੇਖਿਆ ਜਾਵੇ ਆਮ ਆਦਮੀ ਪਾਰਟੀ ਦੀ ਹਵਾ ਹੈਗੀ ਆ।
ਪਰ ਆਮ ਆਦਮੀ ਪਾਰਟੀ ਦਾ ਅਖੀਰ ਦੇ ਕੰਮ ਉਹੀ ਹੁੰਦਾ ਵੀ ਖੀਰ ਬਣਾ ਲੈਣੀ ਹੁੰਦੀ ਆ, ਤੇ ਖੀਰ ਦੇ ਵਿੱਚ ਬਾਅਦ ਚ ਜਾ ਕੇ ਹੁੰਦੇ ਨਾ ਵੀ ਉਹ ਜਿਹੜੀ ਪਾਉਣ ਵਾਲੀ ਹੁੰਦੀ ਆ ਹੈ, ਮਸਾਲਾ ਪਾ ਦਿੰਦੇ ਵਿੱਚ, ਉਹਦੇ ਕਰਕੇ ਉਹ ਸਾਰੀ ਵਿਗੜ ਜਾਂਦੀ ਆ। ਤਾਂ ਇਸ ਕਰਕੇ ਕਾਂਗਰਸ ਨੂੰ ਚੌਥਾ, ਕਿਉਂਕਿ ਰੂਲਿੰਗ ਪਾਰਟੀ ਆ, ਵੱਡੀ ਪਾਰਟੀ ਹੈਗੀ ਆ, ਔਰ ਇਹਨਾਂ ਦੇ ਕੋਲ ਲੀਡਰ, ਇਹਦੀ ਸਮੱਸਿਆ ਸਭ ਤੋਂ ਜ਼ਿਆਦਾ ਆ ਕਿ ਇਹਨਾਂ 'ਚ ਹਰ ਕੋਈ ਲੀਡਰ ਆ, ਫਾਲੋਵਰ ਘੱਟ ਵਾ, ਲੀਡਰ ਜ਼ਿਆਦਾ ਹੈਗੇ ਆ, ਲੀਡਰਸ਼ਿਪ ਇਸ਼ੂ ਸੈਟਲ ਨਹੀਂ ਹੋਇਆ। ਸੋ ਮੇਰਾ ਕਹਿਣ ਤੋਂ ਭਾਵ ਹੈਗਾ ਕਿ ਇਹ ਮੈਨੂੰ ਲੱਗਦਾ ਵੀ ਲੀਡਰਸ਼ਿਪ ਸੈਟਲ ਹੋਊਗਾ ਜੇ ਰਾਹੁਲ ਗਾਂਧੀ ਸਾਹਿਬ ਇਲੈਕਸ਼ਨ ਤੋਂ ਪਹਿਲਾਂ ਕੋਈ ਅਨਾਉਂਸਮੈਂਟ ਕਰਦੇ ਆ, ਤੇ ਉਹਦਾ ਤੁਸੀਂ ਨਤੀਜਾ ਆਪ ਦੇਖਿਓ ਵੀ ਕਿਸ ਤਰੀਕੇ ਦੀ ਖਿੱਚਾਤੂਈ ਹੁੰਦੀ ਆ। ਮੈਂ ਤਾਂ ਵੈਸੇ ਵੀ ਮਤਲਬ ਦੇਖਿਆ ਜਾਵੇ ਕਿ ਮੈਨੂੰ ਇਹ ਲੱਗਦਾ ਵੀ ਕਾਂਗਰਸ ਲਈ ਬਹੁਤ ਵੱਡਾ ਚੈਲੰਜ ਵਾ ਜਿਹੜਾ ਹੈਗਾ ਵਾ ਰਿਪੀਟ ਕਰਨਾ। ਚੈਲੰਜ ਦੀ ਮੈਂ ਗੱਲ ਕਰਦਾ ਵਾਂ ਕਿ ਬਹੁਤ ਵੱਡਾ ਚੈਲੰਜ ਆ। ਕਈ ਥਾਂ ਤੇ ਇਹ ਕੰਨ ਤੇ ਵੀ ਲਿਖਿਆ, ਅਸੀਂ ਦੇਖਿਆ ਕਿ 3 ਧਿਰਾਂ ਜਿਹੜੀਆਂ ਇਸ ਵੇਲੇ ਹੈਗੀਆਂ ਉਹ ਆਲਮੋਸਟ ਬਹੁਤ ਪੂਰਾ ਜ਼ੋਰ ਨਾਲ ਚੱਲਦੀ, ਜੋ ਕਾਂਗਰਸ ਵੀ ਹੈਗੀ ਆ, ਆਮ ਆਦਮੀ ਪਾਰਟੀ, ਮੈਂ ਉਹੀ ਦੱਸ ਰਿਹਾ ਕਿ ਲੋਕਾਂ ਦੀ ਇਮੈਜੀਨੇਸ਼ਨ ਦਾ ਹਿੱਸਾ ਹੈ, ਪਰ 2017 ਨਾਲੋਂ ਥੋੜਾ ਜਿਹਾ ਆਮ ਆਦਮੀ ਪਾਰਟੀ ਸੰਭਲ ਕੇ ਚੱਲ ਰਹੀ ਆ। ਜਿਹੜੀਆਂ ਇਹਨਾਂ ਨੇ ਮੂਰਖਤਾਈਆਂ ਜਾਂ ਜਿਸ ਕਿਸਮ ਦਾ ਮਾਹੌਲ ਉਦੋਂ ਖੜਾ ਕੀਤਾ ਸੀਗਾ, ਉਹ ਮਾਹੌਲ ਉਹ ਖੜਾ ਹੁਣ ਨਹੀਂ ਕਰ ਰਹੀ। ਪਰ ਦੂਸਰੇ ਪਾਸੇ ਜੇ ਉਹਨਾਂ ਦਾ ਲੀਡਰ ਵੀ ਹੁੰਦਾ ਵਾ ਤੇ ਉਹਦੇ ਬਾਰੇ ਵੀ ਲੋਕੀ ਕਹਿੰਦੇ ਆ ਵੀ ਕੀ ਉਹ ਲੀਡਰ ਜਿਹੜੇ ਪੰਜਾਬ ਦੇ ਢਾਂਚਾਗਤ ਮਸਲੇ ਹੈਗੇ ਆ, ਜਿਹੜਾ ਕ੍ਰਾਈਸਿਸ ਹੈਗਾ। ਹੁਣ ਲੋਕੀ ਇਹ ਆ ਕਿ ਕਿਸਾਨ ਸੰਘਰਸ਼ ਨੇ ਲੋਕਾਂ ਨੂੰ ਜ਼ਬਾਨ ਹੀ ਨਹੀਂ ਦਿੱਤੀ, ਲੋਕਾਂ ਨੂੰ ਆਰਗੂਮੈਂਟ ਦਿੱਤਾ। ਆ ਮੇਰੇ ਹੁਣ ਬਾਹਰਲੇ ਪਾਸੇ, ਘਰ ਦੇ ਬਾਹਰਲੇ ਪਾਸੇ ਵੱਲ ਤਾਸ਼ ਖੇਡਣ ਰਹੇ, ਉੱਥੇ 30-35 ਬੰਦੇ, 25-30 ਬੰਦੇ ਬੈਠੇ ਆ, ਹੋਰ ਹੀ ਬੈਠੇ ਆ। ਜੇ ਮੈਂ ਉਹਨਾਂ ਨਾਲ ਗੱਲ ਕਰਾਂ ਜਾ ਕੇ ਤਾਂ ਮੇਰੇ ਨਾਲੋਂ ਰਾਜਨੀਤੀ ਜਿਹੜੀ ਆ ਉਹ ਮੈਨੂੰ ਜ਼ਿਆਦਾ ਸਿਖਾ ਦੇਣਗੇ ਵੀ ਭਾਈ ਇਹਨਾਂ ਬਾਰੇ ਤੁਹਾਡਾ ਕੀ ਖਿਆਲ ਹੈਗਾ। ਸੋ ਮੇਰਾ ਕਹਿਣ ਤੋਂ ਭਾਵ ਹੈਗਾ ਕਿ ਜੇ ਰਿਜ਼ੋਲਵ ਕਰ ਲੈਂਦੇ ਬਹੁਤ ਛੇਤੀ ਠੀਕ ਆ, ਪਰ ਉਹ ਰਿਜ਼ੋਲਵ ਹੋਣ ਦੇ ਨਾਲ ਮੈਨੂੰ ਲੱਗਦਾ ਨਹੀਂ ਹੈ ਕੋਈ ਵੀ ਪਾਰਟੀ ਕਿਸੇ ਦੇ ਉੱਤੇ ਵੀ ਹੱਥ ਰੱਖਦੀ ਆ ਤੇ ਉਹ ਜਿਹੜਾ ਹੈਗਾ ਉਹਦੀ ਸਮੱਸਿਆ ਤਾਂ ਹੈਗੀ ਇਸ ਲੈਵਲ ਦੇ ਉੱਤੇ ਇਸ ਵੇਲੇ। ਜੀ ਪ੍ਰੋਫੈਸਰ ਜੋਧਕਾ ਸਾਹਿਬ, ਇਹ ਜਿਹੜਾ ਸਵਾਲ ਪ੍ਰੋਫੈਸਰ ਸਾਹਿਬ ਨੇ ਉਠਾਤਾ, ਜਿਹੜਾ ਬੁਨਿਆਦੀ ਤੌਰ ਤੇ ਮੈਂ ਵੀ ਐਡਰੈਸ ਕਰਨਾ ਚਾਹੁੰਦਾ ਹੈ, ਸਾਡਾ ਦੂਜਾ ਇਹੀ ਹਿੱਸਾ ਸੀਗਾ ਪ੍ਰੋਗਰਾਮ ਦਾ ਕਿ ਜੇ ਸੱਤਾ ਖਿਲਾਫ ਵੋਟ ਪੈਂਦੀ ਆ ਤਾਂ ਉਹ ਕਿਹਨੂੰ ਪੈਂਦੀ ਹੈ? ਇਹ ਵੋਟ ਜਿਹੜੀ ਚੇਂਜ ਲਈ ਪੈਂਦੀ ਹੈ, ਤਬਦੀਲੀ ਲਈ ਪੈਂਦੀ ਆ, ਉਹ ਕਿੱਧਰ ਜਾਂਦੀ ਆ? ਤੁਹਾਨੂੰ ਲੱਗਦਾ ਇਸ ਵੇਲੇ ਕੀ ਹਾਲਾਤ ਹੈ? ਤੁਹਾਨੂੰ ਲੱਗਦਾ ਹੈ ਕਿ ਜਿਵੇਂ ਪ੍ਰੋਫੈਸਰ ਸਾਹਿਬ ਨੇ ਕਿਹਾ ਕਿ ਅਕਾਲੀ ਦਲ ਗੇਨ ਕਰਦਾ ਜੇ ਕਾਂਗਰਸ ਨੁਕਸਾਨ ਚਾਹੁੰਦੀ ਹੈ, ਆਮ ਆਦਮੀ ਪਾਰਟੀ ਕਿਉਂਕਿ ਆਈ ਚੇਂਜ ਲਈ ਹੈ, ਤਬਦੀਲੀ ਲਈ ਆਈ ਹੈ, ਤੁਹਾਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਨੂੰ ਉਹ ਸੱਤਾ ਵਿਰੋਧੀ ਵੋਟ ਪਾਊਗੀ? ਜੋ ਮੈਨੂੰ ਲੱਗ ਰਿਹਾ ਦੂਰੋਂ ਬੈਠ ਕੇ, ਮੈਨੂੰ ਲੱਗਦਾ ਪੰਜਾਬ ਦਾ ਕੋਈ ਨਾਰਮਲ ਇਲੈਕਸ਼ਨ ਨਹੀਂ ਹੈਗਾ। ਇੰਡੀਆ ਦੇ ਵਿੱਚ ਵੀ ਇਦਾਂ ਦਾ ਕੋਈ ਇਲੈਕਸ਼ਨ ਨਹੀਂ ਮੈਂ ਦੇਖਿਆ ਅਜੇ ਤੱਕ। ਨਾਰਮਲੀ ਇਹ ਹੁੰਦਾ ਸੀਗਾ ਕਿ ਇੱਕ ਆਪੋਜੀਸ਼ਨ ਹੈਗੀ, ਇੱਕ ਰੂਲਿੰਗ ਪਾਰਟੀ ਹੈਗੀ, 5 ਸਾਲ ਤੋਂ ਬਾਅਦ ਇਲੈਕਸ਼ਨ ਹੋਇਆ, ਐਂਟੀ ਇਨਕੰਬੈਂਸੀ, ਪ੍ਰੋ ਇਨਕੰਬੈਂਸੀ, ਉਹ ਮੈਨੂੰ ਲੱਗਦਾ ਸਾਰੇ ਦੇ ਸਾਰੇ ਜਿਹੜੇ ਆਰਗੂਮੈਂਟਸ ਹੈਗੇ ਉਹ ਰੈਲੇਵੈਂਟ ਹੀ ਨਹੀਂ ਹੈਗੇ ਪੰਜਾਬ ਦੇ ਵਾਸਤੇ। ਹੁਣ ਅੱਜ ਤੁਸੀਂ ਪੰਜਾਬ ਨੂੰ ਇਲੈਕਸ਼ਨ ਵਿੱਚ ਲੈ ਕੇ ਜਾ ਰਹੇ ਹੋ, ਜਿਹੜੇ ਪੋਸਟ ਕਿਸਾਨ ਅੰਦੋਲਨ ਤੋਂ ਬਾਅਦ ਦਾ ਪੰਜਾਬ ਹੈਗਾ, ਇੱਕ ਨਵੀਂ ਸਿਚੁਏਸ਼ਨ ਹੈਗੀ। ਇਹਦੇ ਵਿੱਚ ਨਵੇਂ ਤਰ੍ਹਾਂ ਦੇ ਜਿਹੜੇ ਹੈਗੇ ਉਹ ਪੋਲੀਟੀਕਲ ਐਕਸਿਸ ਨਿਕਲ ਕੇ ਆ ਰਹੇ ਆ। ਅਜੇ ਉਹਨਾਂ ਨੇ ਮੈਨੂੰ ਲੱਗਦਾ ਅਜੇ ਵੀ ਆਉਣ ਵਾਲੇ ਹਫ਼ਤੇ 10 ਦਿਨਾਂ ਦੇ ਵਿੱਚ, 2 ਹਫ਼ਤਿਆਂ ਦੇ ਵਿੱਚ ਦੇਖਣਾ ਤੁਸੀਂ ਬਹੁਤ ਕੁਝ ਬਦਲੇਗਾ। ਅੱਜ ਤੋਂ 2 ਹਫ਼ਤੇ ਪਹਿਲੇ ਜਿਹੜੇ ਤੁਸੀਂ ਇਹ ਪ੍ਰੋਗਰਾਮਾਂ ਤੇ ਗੱਲ ਕਰਦੇ ਆ, ਅੱਜ ਜਿਹੜੀ ਗੱਲ ਕਰ ਰਹੇ ਹੋ, ਗੱਲ ਦੀ ਕੁਆਲਿਟੀ ਚੇਂਜ ਹੋ ਗਈ ਪੂਰੀ ਤਰ੍ਹਾਂ। ਆਰਗੂਮੈਂਟਸ ਚੇਂਜ ਹੋ ਗਿਆ, ਐਂਗਜ਼ਾਇਟੀਜ਼ ਚੇਂਜ ਹੋ ਗਈਆਂ, ਲੋਕਾਂ ਦੀਆਂ ਇਸ਼ੂਜ਼ ਚੇਂਜ ਹੋ ਗਿਆ, ਮੈਦਾਨ ਬਦਲ ਗਿਆ ਪੂਰੀ ਤਰ੍ਹਾਂ। ਤੇ ਅਜੇ ਮੈਦਾਨ ਜਿਹੜਾ ਹੈਗਾ ਕੋਈ ਸੈਟਲ ਨਹੀਂ ਹੋਇਆ। ਜਦੋਂ ਤੱਕ ਤੁਹਾਡਾ ਗਰਾਊਂਡ ਹੀ ਸੈਟਲ ਨਹੀਂ ਹੋਏਗਾ, ਕਿਹੜੀ ਟੀਮ ਅਪੋਜੀਸ਼ਨ ਹੈ, ਕਿਹੜੀ ਸਾਹਮਣੇ ਆ, ਇਨਕੰਪੈਂਸੀ, ਇੰਟਰਕੰਪੈਂਸੀ ਵਾਲਾ ਉਹ ਕੋਈ ਨੈਰੇਟਿਵ ਹੀ ਨਹੀਂ ਹੈਗਾ ਇਸ ਵਾਰੀ ਪੰਜਾਬ ਦੇ ਵਿੱਚ। ਇਸ ਵਾਸਤੇ ਪੰਜਾਬ ਦੇ ਲੋਕਾਂ ਨੇ ਇਸ ਵਾਰੀ ਛੋਟੇ ਗਰੁੱਪਾਂ ਦੇ ਵਿੱਚ ਜਾ ਕੇ ਉਹਨਾਂ ਨੇ ਆਪਣੇ ਆਪ ਨੂੰ ਕੰਸੋਲੀਡੇਟ ਕਰਨਾ ਪੈਣਾ ਹੈਗਾ। ਪੋਲੀਟੀਕਲ ਪਾਰਟੀਆਂ ਦੇ ਵਾਸਤੇ ਵੀ ਬੜੇ ਚੈਲੰਜ ਹੈ, ਕਿਉਂਕਿ ਹਰ ਵੋਟਰ ਤੁਹਾਡੇ ਤੋਂ ਜ਼ਿਆਦਾ ਸਿਆਣਾ ਹੈਗਾ, ਕੋਈ ਬੁੱਧ ਬਣਨ ਨੂੰ ਤਿਆਰ ਨਹੀਂ ਹੈਗਾ ਕਿਸੇ ਵੀ ਤਰੀਕੇ ਨਾਲ। ਕੋਈ ਕਿਸੇ ਨੂੰ ਮਤਲਬ ਜਿਹੜਾ ਪੰਜਾਬ ਦੇ ਇੱਕ ਆਮ ਬੰਦੇ ਦਾ ਇੰਟਰਵਿਊ ਸੁਣ ਕੇ ਦੇਖੋ ਤੁਸੀਂ, ਜਿਵੇਂ ਸ਼ੇਖੋ ਸਾਹਿਬ ਨੇ ਕਿਹਾ, ਉਹਨਾਂ ਨੂੰ ਇੰਨੀ ਅਵੇਅਰਨੈਸ ਹੈਗੀ ਕਿ ਉਹ ਕਿਸਾਨ ਅੰਦੋਲਨ ਨੇ ਪਿਛਲੇ 1 ਸਾਲ ਤੋਂ ਐਜੂਕੇਸ਼ਨ ਸਿਰਫ ਦਿੱਲੀ ਦੇ ਬਾਰਡਰਾਂ ਤੇ ਨਹੀਂ ਚੱਲ ਰਹੀ ਸੀ, ਹਰ ਪਿੰਡ ਦੇ ਵਿੱਚ ਚੱਲ ਰਹੀ ਸੀਗੀ, ਹਰ ਦੁਕਾਨ ਤੇ ਚੱਲ ਰਹੀ ਸੀਗੀ, ਹਰ ਇੰਸਟੀਟਿਊਸ਼ਨ ਚੱਲ ਰਹੀ ਸੀਗੀ। ਸਟੂਡੈਂਟਸ ਦਾ ਦੇਖੋ, ਇੱਕ ਨਵਾਂ ਇੰਡੀਆ ਹੈਗਾ, ਇੱਕ ਕਿਸੇ ਨਾ ਕਿਸੇ ਲੈਵਲ ਤੇ ਪੂਰੇ ਇੰਡੀਆ ਦੇ ਵਿੱਚ ਹੋ ਰਿਹਾ, ਤੇ ਪੰਜਾਬ ਦੇ ਵਿੱਚ ਪਹਿਲੀ ਵਾਰੀ ਹੋ ਰਿਹਾ। ਪੰਜਾਬ ਪੂਰਾ ਜਿਹੜਾ ਇਲੈਕਟੋਰਲ ਪ੍ਰੋਸੈਸ ਹੈ, ਉੱਥੋਂ ਦਾ ਪੋਲੀਟੀਕਲ ਜਿਹੜਾ ਧਰਾਤਲ ਹੈਗਾ, ਉਹ ਸਾਰਾ ਦਾ ਸਾਰਾ ਨਵੇਂ ਤਰੀਕੇ ਨਾਲ, ਜਿਵੇਂ ਹਲਵਾ ਤੱਕ ਜਾਂਦਾ ਨਾ, ਹਲਵਾ ਕੇ ਉਸ ਤੋਂ ਬਾਅਦ ਉਡਾਈ ਹੁੰਦੀ, ਉਥੋਂ ਨਵੀਂ ਉਪਜ ਕਿਹੜੀ ਹੋਏਗੀ ਉਹਦਾ ਪਤਾ ਨਹੀਂ। ਅਜੇ ਤੱਕ ਮੈਨੂੰ ਨਹੀਂ ਲੱਗਦਾ ਪੰਜਾਬ ਵਿੱਚ ਤੁਸੀਂ ਕੁਝ ਵੀ ਕਹਿ ਸਕਦੇ ਹੋ। ਨਹੀਂ ਪਰ ਪ੍ਰੋਫੈਸਰ ਸਾਹਿਬ, ਜਦੋਂ ਵੀ ਅਵੇਅਰਨੈਸ ਆਉਂਦੀ ਹੈ ਤਾਂ ਉਹ ਰੱਦ ਵੀ ਕਰਦੀ ਹੈ, ਉਹ ਰਵਾਇਤ ਨੂੰ ਰੱਦ ਕਰਦੀ ਹੈ, ਉਹ ਟ੍ਰੈਡੀਸ਼ਨ ਨੂੰ ਰੱਦ ਕਰਦੀ ਹੈ। ਫਿਰ ਅਸੀਂ ਕਿਵੇਂ ਸਮਝ ਲਈਏ ਕਿ ਕਾਂਗਰਸ ਤੇ ਅਕਾਲੀ ਦਲ ਜਿਹੜੀਆਂ ਐਸਟੈਬਲਿਸ਼ ਪਾਰਟੀਆਂ ਨੇ, ਇਹ ਅਵੇਅਰਨੈਸ ਉਹਨਾਂ ਦੀ ਫੇਵਰ ਚ ਭੁਗਤੂਗੀ? ਇਹ ਤੁਹਾਨੂੰ ਨਹੀਂ ਲੱਗਦਾ ਕਿ ਕਿਸੇ ਚੇਂਜ ਲਈ ਬਾਕੀ ਧਿਰਾਂ ਵੱਲ ਲਊਗੀ? ਹੁਣ ਦੇਖੋ ਜੀ, ਅਕਾਲੀ ਦਲ ਨੇ ਜੇ ਆਪਣੇ ਆਪ ਨੂੰ ਰਿਵਾਈਵ ਕਰਨਾ ਹੈ ਤਾਂ ਕੋਈ ਨਵਾਂ ਈਡੀਐਮ ਲੈ ਕੇ ਰਿਵਾਈਵ ਕਰੂਗਾ। ਇਹ ਪੁਰਾਣਾ ਅਕਾਲੀ ਦਲ ਨਹੀਂ ਹੋ ਸਕਦਾ। ਉਹ ਜਿਹੜਾ ਅਕਾਲੀ ਦਲ ਦੀ ਪੋਲਿਟਿਕਸ ਪਹਿਲੇ ਹੁੰਦੀ ਸੀ, ਅੱਜ ਤੋਂ 5 ਸਾਲ ਪਹਿਲੇ ਜਿਹੜੀ ਸੀਗੀ,
ਅੱਜ ਤੋਂ 3 ਸਾਲ ਪਹਿਲੇ ਵਾਲੀ ਸੀਗੀ, ਉਹਦਾ ਕੋਈ ਮਤਲਬ ਨਹੀਂ ਰਿਹਾ ਇਸ ਟਾਈਮ ਜਿਹੜੀ ਦਿਖਾਈ ਦੇ ਰਿਹਾ ਸਾਨੂੰ। ਅਕਾਲੀ ਦਲ ਨੂੰ ਵੀ ਆਪਣੀ ਨਵੀਂ ਲੈਂਗੁਏਜ ਇਨਵੈਂਟ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਕਾਂਗਰਸ ਵੀ ਜਿਹੜੀ ਹੈਗੀ ਇਮੀਡੀਏਟਲੀ ਕੋਈ ਨਵਾਂ ਕੰਟੈਕਸਟ ਵਿੱਚ ਆ ਗਈ, ਉਹਨਾਂ ਨੂੰ ਵੀ ਪਤਾ ਨਹੀਂ ਕਿ ਡੀਲ ਕਿਵੇਂ ਕਰੀਏ। ਉਹ ਇੱਕ ਜਿਹੜੀ ਕਾਸਟ ਦਾ ਇਸ਼ੂ ਜਿਵੇਂ ਸ਼ੁਰੂ ਹੋਇਆ ਸੀਗਾ, ਅਕਾਲੀਆਂ ਨੇ ਬੀਐਸਪੀ ਦੇ ਨਾਲ ਅਲਾਈਅੰਸ ਕੀਤਾ ਸੀਗਾ, ਅੱਜ ਕੱਲ ਉਹ ਤੇ ਕੋਈ ਮਾਇਆਵਤੀ ਦੀ ਗੱਲ ਨਹੀਂ ਕਰ ਰਿਹਾ, ਅਕਾਲੀ ਤੇ ਬੀਐਸਪੀ ਦਾ ਅਲਾਈਅੰਸ ਉਹ ਕਿੱਥੇ ਗਿਆ ਜੀ। ਸਾਰੇ ਉਹ ਕਹਿੰਦੇ ਸੀ ਦਲਿਤ ਨੂੰ ਡਿਪਟੀ ਚੀਫ ਮਿਨਿਸਟਰ ਬਣਾ ਦੇਾਂਗੇ। ਇਹ ਜਿਹੜਾ ਇਸ਼ੂ ਨਿਕਲ ਕੇ ਆਇਆ ਸੀਗਾ ਅੱਜ ਤੋਂ 4 ਹਫ਼ਤੇ ਪਹਿਲੇ ਦੀ ਗੱਲ ਹੈਗੀ, ਇੰਨੀ ਕੋਈ ਲੰਬੀ ਚੌੜੀ ਪੁਰਾਣੀ ਗੱਲ ਨਹੀਂ ਹੈਗੀ। ਅੱਜ ਜਿਹੜੀ ਸਿਚੁਏਸ਼ਨ ਬਿਲਕੁਲ ਬਦਲ ਗਈ ਹੈਗੀ। ਮੈਂ ਕਹਿੰਦਾ ਕਿ ਜਿਹੜਾ ਪੋਲੀਟੀਕਲ ਗਰਾਊਂਡ ਹੈਗਾ ਇਟ ਇਜ਼ ਸਟਿਲ ਟੇਕਿੰਗ ਸ਼ੇਪ। ਉਹਦਾ ਮੈਨੂੰ ਅਜੇ ਨਹੀਂ ਲੱਗਦਾ ਕਿ ਕੋਈ ਉਸ ਤਰ੍ਹਾਂ ਦਾ ਕੋਈ ਤੁਸੀਂ ਕਹੋਗੇ ਆ ਸਾਹਮਣੇ ਖੜੀ ਪਾਰਟੀ ਆ, ਉਹ ਚੰਨੀ ਵੀ ਆਪੋਜੀਸ਼ਨ ਵਿੱਚ ਹੈਗਾ ਤੇ ਅਮਰਿੰਦਰ ਸਿੰਘ ਵੀ ਆਪੋਜੀਸ਼ਨ ਵਿੱਚ ਹੈਗਾ ਤੇ ਸਿੱਧੂ ਵੀ ਆਪੋਜੀਸ਼ਨ ਹੈਗਾ। ਪ੍ਰੋ ਪੰਜਾਬ ਹੈ, ਮਤਲਬ ਕਿ ਪੰਜਾਬ ਦੇ ਰੂਲਿੰਗ ਹੈ ਕੌਣ ਸੀ ਐਸਟੈਬਲਿਸ਼ਮੈਂਟ, ਉਹ ਈਡੀ ਦੀ ਗੱਲ ਕਰੀ ਜਾ ਰਿਹਾ ਹੈ, ਇਹ ਆਪਣੇ ਤਰੀਕੇ ਦੀ ਗੱਲ ਕਰੀ ਜਾ ਰਿਹਾ। ਜਿਹੜਾ ਨਵਾਂ ਗੰਦ ਆ ਗਿਆ ਪੋਲਿਟਿਕਸ ਦੇ ਵਿੱਚ, ਇੱਕ ਦੂਜੇ ਨੂੰ ਐਕਸਪੋਜ਼ ਕਰੋ, ਝੂਠ ਬੋਲੋ, ਫਿਰ ਚੈਨਲ ਖਰੀਦੇ ਜਾ ਰਹੇ ਆ, ਨਵੇਂ ਤਰੀਕੇ ਦੇ ਪ੍ਰੋਪੇਗੈਂਡੇ ਚੱਲ ਰਹੇ ਆ ਪੰਜਾਬ ਦੇ ਵਿੱਚ। ਪਹਿਲੀ ਵਾਰੀ ਪੈਸਾ ਆ ਰਿਹਾ ਪੋਲਿਟਿਕਸ ਦੇ ਵਿੱਚ ਨਵੇਂ ਤਰੀਕੇ ਦਾ। ਮੈਂ ਦੇਖ ਰਿਹਾ ਕਿਵੇਂ ਉਹ ਈਵਨ ਜਿਹੜੇ ਤੁਹਾਡੇ ਵੀ ਛੋਟੇ ਛੋਟੇ ਚੈਨਲ ਵੀ ਹੈਗੇ, ਉਹ ਵੀ ਲੱਗਦਾ ਕਿ ਹਾਂ ਵੀ ਇਹ ਕੋਈ ਏਜੰਡਾ ਫੋਲੋ ਕਰ ਰਿਹਾ। ਪਹਿਲੇ ਸਿੱਧਾ ਦਿਖਾਉਂਦੇ ਸੀਗੇ, ਹੁਣ ਲੱਗਦਾ ਤੁਹਾਨੂੰ ਇੱਕ ਬਾਇਸ ਕਰਕੇ ਦਿਖਾ ਰਹੇ ਆ। ਇੱਕ ਨਵੇਂ ਤਰੀਕੇ ਦੀ ਜਿਹੜੀ ਨਾ ਪੋਲੀਟੀਕਲ ਰਿਐਲਿਟੀ ਪੰਜਾਬ ਨੇ ਅਜੇ ਤੱਕ ਮੈਨੂੰ ਨਹੀਂ ਲੱਗਿਆ ਕਿ ਇਨਕਾਊਂਟਰ ਕੀਤੀ ਸੀ ਪੰਜਾਬ ਦੇ ਵਿੱਚ। ਪਰ ਇਹਨੂੰ ਸਾਰੇ ਕੁਝ ਨੂੰ ਝੱਲਦਿਆਂ ਆਮ ਵੋਟਰ ਕਿਸ ਤਰ੍ਹਾਂ ਦਾ ਮਾਈਂਡਸੈਟ ਬਣਾਊਗਾ? ਇਹ ਅਜੇ ਤੁਹਾਨੂੰ ਲੱਗਦਾ ਦਿਨ ਪਏ ਆ, ਅਜੇ ਬਣਨਾ ਅਜੇ ਜੀ। ਹਾਂਜੀ ਹਾਂ, ਸਾਡੇ ਵਾਸਤੇ ਨਾ ਸਾਨੂੰ ਡੀਕੋਡ ਕਰਨਾ ਪੈਣਾ ਜਿਹੜੀ ਕੈਟੇਗਰੀ ਆਪਾਂ ਕਹਿੰਦੇ ਨਾ ਆਮ ਵੋਟਰ। ਪੰਜਾਬ ਦੇ ਵਿੱਚ ਕਿਧਰੇ ਵੀ ਕੋਈ ਆਮ ਵੋਟਰ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ। ਉੱਥੇ ਹੀ ਜਾ ਕੇ ਫਿਰ ਇਸ਼ੂਜ਼ ਆ ਜਾਣੇ ਆ। ਜਿਵੇਂ ਗੱਲ ਤਾਂ ਕਹਿੰਦਾ ਪੰਜਾਬ ਦੇ ਵਿੱਚ ਇਸ਼ੂ ਹੈਗੇ, ਕਿਹੜੇ ਇਸ਼ੂ ਹੈਗੇ? ਕਿਸਾਨੀ ਦੇ ਇਸ਼ੂ ਹੈਗੇ। ਪਰ ਕਿਸਾਨੀ ਦੇ ਇਸ਼ੂ ਕਿਸਾਨੀ ਨੂੰ ਰੈਲੇਵੈਂਟ ਹੈਗੇ ਨਾ। ਕਿਸਾਨੀ ਕਿੰਨੀ ਹੈ ਤੁਹਾਡੀ? ਟੋਟਲ ਵੋਟਰ ਦਾ ਤੁਹਾਡਾ ਕਿਸਾਨੀ 25 ਤੋਂ 35% ਤੋਂ ਜ਼ਿਆਦਾ ਨਹੀਂ ਹੈਗੀ ਜਦੋਂ ਵੋਟ ਦੇਣ ਜਾਂਦੇ ਹੈਗੇ। ਸ਼ੇਖੂ ਸਾਹਿਬ ਨੇ ਵੀ ਪਹਿਲੇ ਕਿਸੇ ਸਿਰਫ ਕਿਸਾਨੀ ਦੇ ਇਸ਼ੂ ਤੇ ਤੁਸੀਂ ਇਲੈਕਸ਼ਨ ਨਹੀਂ ਜਿੱਤ ਸਕਦੇ। ਹੁਣ ਕਿਸਾਨੀ ਤੁਹਾਡੇ 25% ਸਾਰਾ ਵੀ ਕੰਸੋਲੀਡੇਟ ਹੋ ਜਾਵੇ, 25-30% ਹੋ ਜੇ, ਉਹ ਕਹਿਣਗੇ ਜੀ ਦਲਿਤ ਵੀ ਸਾਡੇ 25-30% ਹੈਗੇ, 40% ਹੈਗੇ, 35% ਹੈਗੇ, ਜੋ ਵੀ ਹੈਗਾ। ਬਾਕੀ ਹੋਰ ਓਬੀਸੀ ਵੀ ਹੈਗੇ ਹੈ। ਤਾਂ ਕਈ ਇਸ਼ੂ ਜਿਹੜੇ ਹੈਗੇ ਇਹ ਆਪਣੇ ਆਪ ਦੇ ਵਿੱਚ ਜਿਹੜੇ ਇਸ਼ੂ ਜਿਹੜੇ ਹੈਗੇ ਕਿਹਦੇ ਹੈਗੇ? ਅਰਬਨ ਇਸ਼ੂ ਅਜੇ ਤੱਕ ਪੰਜਾਬ 'ਚ ਨਿਕਲ ਕੇ ਨਹੀਂ ਆਇਆ। ਜਿਹੜਾ ਪੰਜਾਬ ਦਾ ਅਰਬਨ 25-30% ਜਿਹੜੀ ਟਿਪੀਕਲ ਅਪਰ ਕਾਸਟ ਹਿੰਦੂ ਜਿਹੜੀ ਕਮਿਊਨਲ ਪੋਲਿਟਿਕਸ ਹੁੰਦੀ ਸੀਗੀ ਪਹਿਲੇ, ਉਹ ਪਤਾ ਨਹੀਂ ਬੀਜੇਪੀ ਨਾਲ ਜਾ ਰਹੀ ਹੈ ਕਿ ਨਹੀਂ ਜਾ ਰਹੀ ਹੈ। ਜਿਨ੍ਹਾਂ ਨੇ ਪਿਛਲੀ ਵਾਰੀ ਅਮਰਿੰਦਰ ਨੂੰ ਵੀ ਵੋਟ ਪਾਏ ਸੀਗੇ, ਕਾਂਗਰਸ ਨੂੰ ਵੋਟ ਪਾਏ ਸੀਗੇ, ਉਹ ਇਸ ਟਾਈਮ ਕਿੱਥੇ ਜਾ ਰਹੇ? ਉਹਨਾਂ ਦੇ ਵਿੱਚ ਆਪਸ ਜਿਹੜੀ ਨਵੀਂ ਜਨਰੇਸ਼ਨ ਹੈਗੀ ਉਹਦੀ ਇੱਕ ਆਪਣੀ ਓਰੀਐਂਟੇਸ਼ਨ ਹੈਗੀ। ਅੱਜ ਜਿਹੜਾ ਪੰਜਾਬ ਨੂੰ ਡਿਸਐਗਰੀਗੇਟ ਕਰਕੇ ਦੇਖਣਾ ਪੈਣਾ ਸਾਨੂੰ, ਜੇ ਅੱਜ ਅਸੀਂ ਕੋਈ ਰੈਲੇਵੈਂਟ ਗੱਲ ਕਰਦੇ ਹਾਂ। ਪੰਜਾਬ ਦਾ ਜਿਹੜਾ ਯੂਥ ਵੀ ਸਿਰਫ ਯੂਥ ਨਹੀਂ ਹੈਗਾ, ਉਹਦੇ ਵਿੱਚ ਵੀ ਕਾਸਟ ਵੀ ਹੈਗੀ, ਰੂਰਲ ਅਰਬਨ ਵੀ ਹੈਗਾ, ਕਲਾਸ ਵੀ ਹੈਗੀ, ਬਾਕੀ ਹੋਰ ਤਰ੍ਹਾਂ ਦੀਆਂ ਕਈ ਆਈਡੈਂਟੀਟੀਜ਼ ਹੈਗੀਆਂ ਜਿਹੜੇ ਲੋਕਲ ਲੈਵਲ ਤੇ ਕਿਸੇ ਨਾ ਕਿਸੇ ਲੈਵਲ ਤੇ ਮੋਬਿਲਾਈਜ਼ ਕੀਤੀਆਂ ਜਾਣਗੀਆਂ। ਜੋ ਮੈਨੂੰ ਲੱਗਦਾ ਪੋਲੀਟੀਕਲ ਪਾਰਟੀਆਂ ਜਿਹੜੀਆਂ ਪੋਲੀਟੀਸ਼ੀਅਨ ਗਰਾਊਂਡ ਤੇ ਕੰਮ ਕਰ ਰਹੇ ਆ, ਉਹਨਾਂ ਨੂੰ ਇਹਨਾਂ ਦੇ ਬਾਰੇ ਪਤਾ ਲੱਗਣਾ ਸ਼ੁਰੂ ਹੋ ਗਿਆ ਹੁਣ। ਇਸੇ ਵੱਲ ਕਹਿ ਰਹੇ ਕਿ ਤੁਸੀਂ ਪਹਿਲੇ ਗੱਲ ਕਰ ਸਕਦੇ ਹਾਂ ਜੀ ਆ ਕਿਸਾਨੀ ਦਾ ਵੋਟ ਹੈਗਾ। ਕਿਸਾਨੀ ਦਾ ਕੋਈ ਵੋਟ ਨਹੀਂ ਰਿਹਾ ਹੁਣ ਇਸ ਟਾਈਮ। ਇਹ ਤਾਂ ਨਵਾਂ ਪੋਲਿਟਿਸਾਈਜ਼ਡ ਐਗਰੀਰੀਅਨ ਜਿਹੜੀ ਪੋਲਿਟਿਕਸ ਹੈਗੀ, ਉਹਦਾ ਬਿਹੇਵੀਅਰ ਇਜ਼ ਗੋਇੰਗ ਟੂ ਬੀ ਵੈਰੀ ਡਿਫਰੈਂਟ ਫਰੋਮ ਜਿਵੇਂ ਪਹਿਲੇ ਸੀਗਾ। ਹਾਂ ਜੀ ਠੀਕ ਹੈ, ਸਾਰੇ ਜੱਟ ਸਿੱਖ ਹੈਗੇ, ਸਾਰੇ ਕਿਸਾਨ ਹੈਗੇ ਤਾਂ ਅਕਾਲੀਆਂ ਦੇ ਨਾਲ ਜਾਣਗੇ, ਇਹਨਾਂ ਚੋਂ 25% ਕਾਂਗਰਸ ਦੇ ਨਾਲ ਜਾਣਗੇ। ਉਦਾਂ ਦਾ ਕੋਈ ਮਤਲਬ ਉਹ ਜਿਹੜੀ ਉਹ ਪ੍ਰੋਸੈਸ ਜਿਹੜਾ ਹੈਗਾ ਉਹ ਆਪਣੇ ਆਪ ਵਿੱਚ ਨਵੇਂ ਤਰੀਕੇ ਨਾਲ ਆਰਟੀਕੂਲੇਟ ਹੋ ਰਿਹਾ। ਹੁਣ ਕਿਵੇਂ ਆਪਣੇ ਆਪ ਨੂੰ ਮੈਨੀਫੈਸਟ ਕਰੇਗਾ, ਕਿਵੇਂ ਅੱਗੇ ਨਿਕਲ ਕੇ ਆਏਗਾ? ਜਿਵੇਂ ਤੁਹਾਡੇ ਜਿਹੜੇ ਪੰਜਾਬ ਵਿੱਚ ਪੋਲੀਟੀਕਲ ਅਵੇਅਰਨੈਸ ਵੱਧਦੀ ਹੈਗੀ, ਇੰਨੀ ਜ਼ਿਆਦਾ ਵੱਧਦੀ ਹੈਗੀ, ਮਤਲਬ ਪੋਲੀਟੀਕਲ ਜਿਹੜੀ ਇੱਕ ਆਰਟੀਕੂਲੇਸ਼ਨ ਵੱਧਦੀ ਹੈਗੀ, ਤੇ ਉਹਦੀ ਸਮਝ ਜਿਹੜੀ ਹੈਗੀ ਉਹ ਕੋਈ ਛੋਟੀ ਮੋਟੀ ਸਮਝ ਨਹੀਂ ਹੈਗੀ। ਉਹ ਤੁਹਾਡਾ ਜਿਹੜਾ ਬਿਲਕੁਲ ਹੈ ਸੋਫਿਸਟੀਕੇਟਿਡ ਪੋਲੀਟੀਕਲ ਸਾਇੰਸਿਸ ਹਾਰਵਰਡ ਯੂਨੀਵਰਸਿਟੀ ਦਾ ਨਾ, ਉਸ ਤੋਂ ਜ਼ਿਆਦਾ ਸਮਝ ਤੁਹਾਨੂੰ ਮਿਲ ਜਾਣੀ ਹੈ 70 ਸਾਲ ਦੀ ਬੁੜੀ ਨੂੰ ਜਾਂ ਤੁਹਾਡੇ ਜਿਹੜੇ 18 ਸਾਲ ਦੇ ਬੱਚੇ ਨੂੰ। ਇੱਕ ਅਜੀਬ ਚੀਜ਼ ਹੈਗੀ, ਆਪਣੇ ਆਪ ਵਿੱਚ ਬੜੀ ਇੰਪੋਰਟੈਂਟ ਚੀਜ਼ ਹੈਗੀ। ਪੰਜਾਬ ਨੂੰ ਅੰਡਰ ਐਸਟੀਮੇਟ ਨਹੀਂ ਕਰਨਾ ਚਾਹੀਦਾ ਇਸ ਟਾਈਮ। ਮਤਲਬ ਅਸੀਂ ਅਵੋਇਡ ਹੀ ਕਰੀਏ ਤਾਂ ਠੀਕ ਰਹੇਗਾ। ਪ੍ਰੋਫੈਸਰ ਜੋਧਕਾ ਸਾਹਿਬ, ਤੁਸੀਂ ਠੀਕ ਕਹਿ ਰਹੇ ਹੋ ਕਿ ਹੁਣ ਪੰਥਕ ਸਰੂਪ ਵੀ ਬਦਲ ਰਿਹਾ, ਹੁਣ ਪੰਥਕ ਵੋਟ ਦਾ ਸਰੂਪ ਵੀ ਬਦਲ ਗਿਆ, ਉਹਨਾਂ ਦਾ ਸੋਚਣ ਦਾ ਨਜ਼ਰੀਆ ਬਦਲ ਗਿਆ। ਪ੍ਰੋਫੈਸਰ ਸੇਖੋਂ ਸਾਹਿਬ, ਤੁਸੀਂ ਜਿਹੜੀ ਗੱਲ ਕਹਿ ਰਹੇ ਹੋ ਕਿ ਤੁਹਾਡੇ ਘਰ ਦੇ ਬਾਹਰ ਜਾਂ ਸੱਥ ਵਿੱਚ 20-25 ਬੰਦੇ ਜਿਹੜੇ ਬੈਠੇ ਨੇ, ਉਹ ਉਹਨਾਂ ਵੀ ਬ੍ਰੇਨ ਰਿੜਕੇ ਜਾ ਰਹੇ ਆ। ਹੁਣ ਸਭ ਤੋਂ ਅਹਿਮ ਸਵਾਲ ਇਹ ਹੈ ਕਿ ਇਸ ਰਿੜਕਣੇ ਦੇ ਵਿੱਚੋਂ ਜਿਹੜੀ ਪਿੰਡਾਂ ਦੇ ਵਿੱਚ ਧੜੇਬੰਦੀ 'ਚ ਵੋਟ ਪੈਂਦੀ ਸੀ ਵੀ ਅਕਾਲੀ ਤੇ ਕਾਂਗਰਸੀ ਦੋ ਹਿੱਸਿਆਂ 'ਚ ਵੰਡ ਜਾਂਦੇ ਸੀ, ਇੱਕ ਸਾਬਕਾ ਸਰਪੰਚ, ਇੱਕ ਮੌਜੂਦਾ ਸਰਪੰਚ, ਔਰ ਉਹੀ ਅੱਗੇ ਘੇਰਾ ਬੰਨ ਲੈਂਦੇ ਸੀ ਤੇ ਵੋਟ ਜਿਹੜੀ ਆ ਉਹ ਟਰਾਲੀਆਂ 'ਚ, ਟਰੈਕਟਰਾਂ 'ਚ, ਸਕੂਟਰਾਂ ਤੇ ਢੋ ਕੇ ਪਾ ਲਈ ਜਾਂਦੀ ਸੀ। ਮੈਨੂੰ ਦੱਸਿਓ ਕਿ ਇਸ ਵਾਰੀ ਇਸ ਰਿੜਕਣੇ 'ਚੋਂ ਇਸ ਜਿਹੜਾ ਸੰਵਾਦ ਹੈ, ਇਹ ਡਿਸਕਸ਼ਨਸ ਨੇ, ਇਹ ਜਿਹੜੀਆਂ ਸੱਥਾਂ ਦੀਆਂ ਕੁੰਡ ਚਰਚਾ ਨੇ, ਇਹਨਾਂ 'ਚੋਂ ਕੁਝ ਨਵਾਂ ਨਿਕਲ ਕੇ ਆਊਗਾ? ਇਸ ਵਾਰੀ ਰਵਾਇਤ ਨਾਲੋਂ ਹਟ ਕੇ ਕੀ ਵੱਖਰਾ ਹੋਣ ਜਾ ਰਿਹਾ? ਇਹ ਬਹੁਤ ਇੰਟਰਸਟਿੰਗ ਗੱਲ ਹੈਗੀ ਆ ਕਿ ਜਿਹੜਾ ਉਹ ਫੈਕਸ਼ਨਲਿਜ਼ਮ ਵਾਲਾ ਗੱਲ ਸੀ, ਧੜੇਬੰਦੀ ਵਾਲੀ ਗੱਲ ਸੀਗੀ। ਕਿਸਾਨ ਅੰਦੋਲਨ ਦੀ ਮੈਨੂੰ ਲੱਗਦਾ ਵੀ ਸਭ ਤੋਂ ਵੱਡੀ ਦੇਣ ਇਹ ਹੈਗੀ ਆ ਵੀ ਇਹਨੇ ਪਿੰਡਾਂ ਚੋਂ ਲੋਕਾਂ ਨੂੰ ਧੜਿਆਂ ਤੋਂ ਉਠਾ ਕੇ ਦਿੱਲੀ ਦੇ ਬਾਰਡਰਾਂ ਤੇ ਖੜ ਕੇ ਜਿਹੜੀ ਸੋਸ਼ਲਾਈਜੇਸ਼ਨ ਕੀਤੀ ਆ,
ਉੱਥੋਂ ਆਣ ਕੇ ਜਦੋਂ ਵਾਪਸ ਆਏ ਆ ਫਿਰ ਥੋੜਾ ਜਿਹਾ ਇਹਨਾਂ ਨੇ ਪਿੱਛੇ ਹੋ ਜਿਹੜਾ ਜਾਓ ਤੁਹਾਡਾ ਜੀ। ਸਮਾਜ ਮੋਰਚਾ ਹੈਗਾ ਵਾ ਜਾਂ ਜਿਹੜੇ ਇਹਨਾਂ ਦੇ ਲੀਡਰ ਹਰ ਪਿੰਡ ਚੋਂ ਗਏ ਸੀਗੇ, ਉਹਨਾਂ ਦੇ ਭਾਰ ਪਾਇਆ ਵੀ ਅਸੀਂ ਇੱਥੇ ਆਣ ਕੇ ਮੁੜ ਕੇ ਉਹ ਅਕਾਲੀ ਤੇ ਕਾਂਗਰਸੀਆਂ ਦੀ ਧੜੇਬੰਦੀ ਵਾਲੇ ਗੰਦ ਦੇ ਵਿੱਚ ਨਹੀਂ ਫਸਣਾ ਚਾਹੁੰਦੇ, ਸਾਨੂੰ ਕੋਈ ਨਾ ਕੋਈ ਆਲਟਰਨੇਟਿਵ ਦਿਓ। ਜੇ ਇਹ ਸਮਾਜ ਮੋਰਚੇ ਦੀ ਇਲੈਕਸ਼ਨ ਲੜਨ ਦੀ ਜੇ ਦੇਖਿਆ ਜਾਵੇ ਬੈਕਗਰਾਉਂਡ ਦੇ ਵਿੱਚੋਂ, ਤੇ ਇੱਕ ਉਹਦੇ ਵਿੱਚੋਂ ਵੱਡਾ ਕਾਰਨ ਇਹ ਵੀ ਹੈਗਾ, ਦਿੱਲੀ ਤੇ ਜਾ ਕੇ ਉਹ ਕਿਸਾਨ ਸੀਗੇ, ਇੱਥੇ ਪਿੰਡ ਦੇ ਵਿੱਚ ਉਹ ਕਾਂਗਰਸੀ ਸੀਗੇ, ਅਕਾਲੀ ਸੀਗੇ ਜਾਂ ਹੋਰ ਕੁਛ ਸੀਗੇ। ਮੈਨੂੰ ਇਹ ਲੱਗਦਾ ਵੀ ਉਹ ਜਿਹੜਾ ਰਿੜਕਣਾ ਪਿਆ ਸਾਲ ਉਹਦੇ ਵਿੱਚ, ਉਹ ਸਿਰਫ ਉੱਥੇ ਬੈਠੇ ਨਹੀਂ ਰਹੇ, ਉਹਨਾਂ ਨੇ ਉੱਥੇ ਅਖਬਾਰਾਂ ਵੀ ਪੜ੍ਹਦੇ ਰਹੇ ਆ, ਜਿਹੜੇ ਨਹੀਂ ਸੀ ਪੜ੍ਹ ਸਕਦੇ ਉਹ ਦੂਸਰਿਆਂ ਕੋਲ ਗੱਲਾਂ ਬਾਤਾਂ ਵੀ ਸੁਣਦੇ ਸੀ, ਜਿਹੜੇ ਪਿੰਡੋਂ ਬਾਹਰ ਨਹੀਂ ਸੀ ਨਿਕਲੇ ਜਾਂ ਇੱਥੇ ਨੇੜੇ ਜਿੱਦਾਂ ਮੇਰੇ ਪਿੰਡ ਦੇ ਰਈਆ ਬੱਬਕਾਲੇ ਅੰਮ੍ਰਿਤਸਰ ਨਹੀਂ ਗਏ, ਉਹ ਟਿੱਕਰੀ ਸਿੰਘੂ ਦੇ ਉੱਤੇ ਬੈਠ ਕੇ ਜਿਹੜੀ ਉੱਥੇ ਉਹਨਾਂ ਨੇ ਦੁਨੀਆ ਵੇਖੀ ਆ ਜਾਂ ਜਿਹੜਾ ਉੱਥੇ ਉਹਨਾਂ ਨੇ ਵਰਤਾਰਾ ਦੇਖਿਆ ਵਾ, ਉਹਨਾਂ ਨੂੰ ਲੱਗਾ ਕਿ ਅਸੀਂ ਕਿਹੜੇ, ਉਹਨਾਂ ਦਾ ਸੋਚਣ ਦਾ ਮੈਨੂੰ ਲੱਗਦਾ ਕਿ ਕਾਫੀ ਜਿਹੜਾ ਮਤਲਬ ਬ੍ਰੌਡਰ ਪਰਸਪੈਕਟਿਵ ਇਵੋਲਵ ਹੋਇਆ ਵੀ ਅਸੀਂ ਕਿਹੜੇ ਕੰਮਾਂ 'ਚ ਪਏ ਆ, ਕਿਸ ਕਿਸਮ ਦੀ ਰਾਜਨੀਤੀ ਹੋ ਰਹੀ ਆ, ਸਾਡੇ ਮੁੱਦੇ ਕਿਹੜੇ ਹੈਗੇ ਆ, ਇੱਥੇ ਸਾਨੂੰ ਕਿਸੇ ਨੇ ਨਹੀਂ ਪੁੱਛਿਆ, ਉੱਥੇ ਕਿਸੇ ਅਕਾਲੀ ਨੇ ਕਾਂਗਰਸੀ ਨੇ ਪੁੱਛਿਆ। ਹਾਂ ਇਹ ਠੀਕ ਆ, ਜਦੋਂ ਕਿਸਾਨ ਇੱਥੋਂ ਗਏ ਸੀ ਉੱਥੇ, ਉਹ ਪਹਿਲੋਂ ਉਤੋਂ ਅਕਾਲੀ ਕਾਂਗਰਸੀ ਸੀ, ਪਰ ਅਸੀਂ ਦੇਖਿਆ ਵੀ ਟਰਾਲੀਆਂ ਦੇ ਕੇ ਹੀ ਟਰਾਲੀ ਦੇ ਉੱਤੇ ਉਹ ਅਕਾਲੀ ਵੀ, ਉਹ ਕਾਂਗਰਸੀ ਵੀ, ਉਹ ਕਾਮਰੇਡ ਵੀ ਜਿਹੜੇ ਹੈਗੇ ਆ ਉੱਥੇ ਗਏ, ਔਰ ਉੱਥੇ ਜਿਹੜਾ ਉਹਨਾਂ ਇਕੱਠੇ ਰਹੇ ਆ, ਔਰ ਪਿਛਲੇ ਸਮੇਂ ਦੇ ਉਹਨਾਂ ਦੇ ਮਗਰਲੇ ਪਾਸੇ ਵੱਲ ਜਦੋਂ ਉਹਨਾਂ ਨੇ ਇੱਕ ਦੂਜੇ ਦੀ ਮਦਦ ਵੀ ਕੀਤੀ ਆ। ਇਸ ਕਿਸਾਨ ਸੰਘਰਸ਼ ਦੇ ਨਾਲ ਜਿਹੜੀਆਂ ਪਿੰਡਾਂ ਦੇ ਵਿੱਚ ਛੋਟੀਆਂ ਖੁੰਦਕਾਂ ਸੀਗੀਆਂ, ਜਿਹੜੀਆਂ ਲੜਾਈਆਂ ਸੀਗੀਆਂ, ਜਾਂ ਜਿਹੜੀਆਂ ਆਮ ਤੌਰ ਤੇ ਚਾਹੇ ਉਹ ਭਰਾਵਾਂ ਦੇ ਵਿੱਚ ਸੀਗੀ ਚਾਹੇ ਗੁਆਂਢੀਆਂ ਵਿੱਚ ਸੀਗੀ, ਉਹ ਕਾਫੀ ਹੱਦ ਤੱਕ ਉਹ ਘਟੀਆਂ ਵਾ। ਮੈਨੂੰ ਲੱਗਦਾ ਵੀ ਉਹਦੇ ਨਾਲ ਜਿਹੜੀ ਸਿਆਣਪ ਦਾ ਲੈਵਲ ਸੀਗਾ, ਜਿਹੜੀ ਸਮਝ, ਜਿਹੜੀ ਜੋਧਕਾ ਸਾਹਿਬ ਕਹਿ ਰਹੇ ਆ ਕਿ ਜਿਹੜੀ ਪੋਲੀਟੀਕਲ ਅੰਡਰਸਟੈਂਡਿੰਗ ਜਿਹੜੀ ਯੂਨੀਵਰਸਿਟੀਆਂ ਦੇ ਟੀਚਰ ਜਾਂ ਕਾਲਜਾਂ ਵਰਗੇ ਸਾਡੇ ਵਰਗੇ ਜਿਹੜੇ ਪੜ੍ਹਾ ਕੇ ਲੋਕਾਂ ਨੂੰ ਨਹੀਂ ਦੇ ਸਕਦੇ, ਇਹ ਜਿਹੜਾ ਚਰਨਿੰਗ ਪ੍ਰੋਸੈਸ ਹੋਇਆ ਵਾ 1 ਸਾਲ ਦਾ ਜਿਹੜਾ ਕਿਸਾਨ ਸੰਘਰਸ਼ ਦਾ, ਇਹਦੇ ਨਾਲ ਕਾਫੀ ਜ਼ਿਆਦਾ ਫਰਕ ਪਿਆ ਔਰ ਉਹ ਤਬਦੀਲੀ ਹੈਗੀ ਆ। ਔਰ ਇਹ ਤਬਦੀਲੀ ਦੇ ਨਾਲ ਹੀ ਜਿੱਦਾਂ ਇੱਕ ਵਾਰੀ ਹੁਣ ਕਹਿੰਦੇ ਵੀ ਹੁਣ ਤਾਂ ਆਤੀ ਹੋ ਗਈ ਆ ਕਾਂਗਰਸ ਦਾ, ਖਾਸ ਕਰਕੇ ਜਦੋਂ 1992 ਤੋਂ ਬਾਅਦ ਹੁਣ ਤੱਕ ਲੋਕਾਂ ਨੇ 15 ਸਾਲ ਕਾਂਗਰਸ ਵੇਖ ਲਈ ਆ, 15 ਸਾਲ ਅਕਾਲੀਆਂ ਨੂੰ ਵੇਖ ਲਿਆ, ਉਹਨਾਂ ਦੇ ਮਸਲੇ ਦਿਨੋਂ ਦਿਨ ਵੱਧ ਰਹੇ ਆ ਪਿੰਡਾਂ ਦੇ ਵਿੱਚ। ਖਾਸ ਕਰਕੇ ਜਿਹੜੇ ਇਸ਼ੂ ਆ, ਮੈਂ ਨਸ਼ਿਆਂ ਦੀ ਗੱਲ ਕਰਦਾ, ਅਕਾਲੀਆਂ ਦੇ ਰਾਜ 'ਚ ਵੀ ਉਹਨਾਂ ਸੀ, ਕਾਂਗਰਸੀਆਂ ਦੇ ਰਾਜ 'ਚ ਹੁੰਦਾ ਸੀ, ਤੇ ਸਾਡੇ ਪਿੰਡ ਦੇ ਵਿੱਚ ਵੀ ਵਿਕਦੇ ਆ। ਸਭ ਨੂੰ ਪਤਾ ਵੀ ਕੌਣ ਵੇਚਦਾ, ਸਭ ਨੂੰ ਪਤਾ ਵੀ ਕੌਣ ਖਰੀਦਣ ਵਾਲੇ ਆਉਂਦੇ ਆ, ਪੁਲਿਸ ਵਾਲਿਆਂ ਨੂੰ ਪਤਾ ਵਾ, ਪੁਲਿਸ ਵਾਲੇ ਮਹੀਨਾ ਲੈਂਦੇ ਆ, ਸਰਪੰਚਾਂ ਨੂੰ ਪਤਾ ਹੈ, ਸਭ ਨੂੰ ਪਤਾ ਇਸ ਮਾਮਲੇ ਦੇ ਵਿੱਚ ਕੋਈ ਬਹੁਤਾ ਫਰਕ ਨਹੀਂ ਪਿਆ ਉਸ ਮਾਮਲੇ ਦੇ ਵਿੱਚ। ਇਸੇ ਤਰੀਕੇ ਦੇ ਨਾਲ ਜਿਹੜੇ ਹੋਰ ਛੋਟੇ-ਮੋਟੇ ਮਸਲੇ ਸੀਗੇ, ਕਰਪਸ਼ਨ ਵਾਲਾ ਇਸ਼ੂ ਸੀਗਾ, ਉਹ ਨਾ ਅਕਾਲੀਆਂ ਦੇ ਰਾਜ 'ਚ ਘੱਟ ਸੀਗਾ ਨਾ ਕਾਂਗਰਸ ਦੇ ਰਾਜ 'ਚ ਘੱਟ ਸੀਗਾ। ਬੇਰੁਜ਼ਗਾਰੀ ਵਾਲੀ ਤਾਂ ਗੱਲ ਹੀ ਛੱਡ ਦਿਓ, ਖਾਸ ਕਰਕੇ ਵਿਦਿਆ ਵਾਲੀ ਗੱਲ ਕਰ ਲਓ। ਜਿਹੜੇ ਮੇਰਾ ਕਹਿਣ ਤੋਂ ਭਾਵ ਹੈਗਾ ਕਿ ਹੁਣ ਤੁਸੀਂ ਆਇਡੈਂਟੀਟੀ ਪੋਲਿਟਿਕਸ ਵਾਲੀ ਗੱਲ ਤਾਂ ਛੱਡ ਦਿਓ, ਉੱਤੋਂ ਤਾਂ ਅਗਲੇ ਪਾਸੇ ਵੱਲ ਨਿਕਲ ਗਿਆ। ਹੁਣ ਲੋਕੀ ਕਾਮਨ ਸੈਕੂਲਰ ਜਿਹੜੇ ਸਭ ਨਾਲ ਸਾਂਝੇ ਮੁੱਦੇ ਆ ਉਹਨਾਂ ਦੀ ਗੱਲ ਕਰਦੇ ਆ। ਤਾਂ ਇਸ ਕਰਕੇ ਇਹ ਸੰਘਰਸ਼ ਦਾ ਵੀ ਇੱਕ, ਕਿਉਂਕਿ ਸੰਘਰਸ਼ ਨੇ ਇਮੀਡੀਏਟਲੀ ਉਹਨਾਂ ਨੂੰ ਐਜੂਕੇਟ ਕਰ ਦਿੱਤਾ, ਪਰ ਇਹਦੇ ਨਾਲ ਲੱਗਦਾ ਕਿ ਲੋਕਾਂ ਦੀ ਜਿਹੜਾ ਜ਼ਿਆਦਾ ਪੋਲੀਟੀਕਲ ਹੋਣਾ, ਜ਼ਿਆਦਾ ਉਹਨਾਂ ਨੂੰ ਹੁਣ ਸਮਝ ਆਉਣੀ ਇਸ ਗੱਲ ਦੀ, ਕਿਉਂਕਿ ਸੋਸ਼ਲ ਮੀਡੀਆ ਵੀ ਹੈਗਾ, ਦੂਸਰਾ ਮੀਡੀਆ ਵੀ ਹੈਗਾ, ਤੁਹਾਡੇ ਕੋਲ ਹਰ ਕਿਸਮ ਦੀ ਇਨਫੋਰਮੇਸ਼ਨ ਆਉਂਦੀ ਆ। ਔਰ ਇਹ ਲੀਡਰਾਂ ਨੂੰ ਦੇਖ ਵੀ ਰਹੇ ਆ ਵੀ ਜਿਹੜੇ ਅੱਜ ਤੋਂ 5-7 ਸਾਲ ਪਹਿਲੋਂ 10 ਸਾਲ ਪਹਿਲੋਂ ਕਿਸ ਕਿਸਮ ਦੇ ਸੀ, ਹੁਣ ਉੱਥੇ ਕੀ ਹੋ ਰਿਹਾ। ਜਾਂ ਮਤਲਬ ਜਿਹੜੀ ਸਭ ਤੋਂ ਮਾੜੀ ਗੱਲ ਹੈਗੀ ਆ ਵੀ ਜਦੋਂ ਇਹ ਚੁਣੇ ਜਾਂਦੇ ਆ, ਇਹਨਾਂ ਦਾ ਵਰਤਾਰਾ ਲੋਕਾਂ ਦੇ ਨਾਲ ਸੀਰੀ ਵਾਲਾ ਹੁੰਦਾ, ਸਵਾਏ ਆਪਣੇ 2-4 ਜਿਹੜੇ ਲਫੰਗੇ ਜਿਹੜੇ ਹੁੰਦੇ ਆ ਉਹਨਾਂ ਨੂੰ ਪਿੰਡ ਦੇ ਵਿੱਚ ਰੱਖਦੇ ਆ, ਟਾਊਟ ਬਣਾਉਂਦੇ ਆ, ਉਹ ਉਹਨਾਂ ਨੂੰ ਜਿਹੜਾ ਲੋਕਾਂ ਦੇ ਨਾਲ ਡੀਲ ਕਰਦੇ ਆ। ਤਾਂ ਮੇਰਾ ਕਹਿਣ ਤੋਂ ਭਾਵ ਹੈਗਾ ਕਿ ਇਹ ਜਿਹੜਾ ਕਿਸਾਨੀ ਸੰਘਰਸ਼ ਸੀਗਾ ਜਾਂ ਇਹ 1.25 ਸਾਲ ਤੱਕ ਚੱਲਿਆ, ਸਾਨੂੰ ਮੋਦੀ ਸਾਹਿਬ ਨੂੰ ਬਹੁਤ ਧੰਨਵਾਦ ਕਰਨਾ ਚਾਹੀਦਾ ਕਿ ਪੰਜਾਬ 'ਚ ਨਹੀਂ ਰਿਹਾ, ਵੈਸਟਰਨ ਯੂਪੀ ਜਾ ਕੇ ਦੇਖੋ, ਉੱਥੇ ਤਾਂ ਹੋਰ ਬਹੁਤ ਕਲੀਅਰ ਆ। ਪੰਜਾਬ ਨਾਲੋਂ ਜਿਹੜੀ ਯੂਪੀ ਦੀ ਪੋਲਿਟਿਕਸ ਹੈਗੀ ਆ, ਵੈਸਟਰਨ ਯੂਪੀ ਦੀ, ਖਾਸ ਕਰਕੇ ਕਿਸਾਨੀ ਸਿਰਫ ਕਿਸਾਨੀ ਤੱਕ ਠੀਕ ਉਹਨਾਂ ਦੀ ਗੱਲ ਆ 20-25% ਆ। ਇਸ ਸੰਘਰਸ਼ ਦੇ ਵਿੱਚ ਛੋਟਾ ਦੁਕਾਨਦਾਰ ਆਇਆ ਵਾ, ਇਸ ਸੰਘਰਸ਼ ਦੇ ਵਿੱਚ ਆਮ ਜਿਹੜੇ ਦਲਿਤ ਭਾਈਚਾਰਾ ਸੀ ਉਹ ਵੀ ਨਾਲ ਗਿਆ। ਇਹ ਠੀਕ ਆ, ਕਿਸਾਨੀ ਸੰਘਰਸ਼ ਦੇ ਵਿੱਚ ਜਿਹੜੀ ਪਾਰਟਿਸਪੇਸ਼ਨ ਖੇਤ ਮਜ਼ਦੂਰ ਦੀ ਹੋਣੀ ਚਾਹੀਦੀ ਸੀ, ਸਵਾਏ 1-2 ਜਥੇਬੰਦੀਆਂ ਨੂੰ ਉਗਰਾਹਾਂ ਵਾਲੇ ਹੈਗੇ ਆ, ਬਾਕੀ ਦੇ ਵਿੱਚ ਉਨੀ ਜ਼ਿਆਦਾ ਪਾਰਟਿਸਪੇਸ਼ਨ ਨਹੀਂ ਹੈਗੀ। ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਉਹ ਤੋਂ ਲਾਂਭੇ ਰਹਿ ਗਏ। ਉਹਨਾਂ ਨੂੰ ਇਹ ਵੀ ਸਮਝ ਆ ਗਈ ਆ ਵੀ ਜੇ ਕਿਸਾਨੀ ਦੇ ਵਿੱਚ ਕ੍ਰਾਈਸਿਸ ਹੈਗਾ ਵਾ, ਖੇਤੀ ਦੇ ਵਿੱਚ ਕ੍ਰਾਈਸਿਸ ਹੈਗਾ, ਤੇ ਇਹ ਕ੍ਰਾਈਸਿਸ ਦਾ ਸਿੱਧਾ ਅਸਰ ਜਿਹੜਾ ਹੈਗਾ ਵਾ ਜਿਹੜੀ ਫਾਰਮ ਲੇਬਰ ਹੈਗੀ ਆ ਉਹਦੇ ਉੱਤੇ ਵੀ ਹੈਗਾ। ਇੰਪਲਾਇਮੈਂਟ ਪੰਜਾਬ 'ਚ ਨਹੀਂ ਹੈਗੀ, ਸਭ ਨੂੰ ਪਤਾ ਨਹੀਂ ਹੈਗੀ, ਨਾ ਕਿਸੇ ਨੇ ਦੇ ਸਕਣੀ ਆ, ਢਾਂਚਾਗਤ ਕਾਰਨ ਹੈਗੇ ਉਹਦੇ, ਨਾ ਸਰਕਾਰੀ ਨੌਕਰੀ ਦਿੱਤੀ ਜਾ ਸਕਦੀ ਆ, ਇਹ ਲਾਰੇ ਲੱਪੇ ਹੁੰਦੇ। ਪਰ ਹੁਣ ਇਹ ਜਿਹੜੇ ਲਾਰੇ ਲੱਪੇ ਕਰਦੇ ਸੀ ਆਹ ਕਰ ਦੇਵਾਂਗੇ, ਉਹ ਲੋਕਾਂ ਨੂੰ ਕਾਟ ਨਹੀਂ ਕਰਦੇ। ਇਸੇ ਕਰਕੇ ਮੈਨੂੰ ਇਹ ਲੱਗਦਾ ਇਸ ਵਾਰੀ ਮੈਂ ਬਹੁਤ ਕੌਸ਼ੀਅਸ ਹੋ ਕੇ ਸਟੇਟਮੈਂਟ ਦੇਣ ਲੱਗਾ ਵਾਂ ਕਿ ਅਜੇ ਤੱਕ ਲੋਕੀ ਕੋਈ ਨਵਾਂ ਐਕਸਪੈਰੀਮੈਂਟ ਕਰਨਾ ਚਾਹੁੰਦੇ ਆ। ਉਹ ਨਵਾਂ ਐਕਸਪੈਰੀਮੈਂਟ ਕਿਹਦਾ ਕਰਦੇ ਆ, ਇਹ ਤੁਸੀਂ ਕਿਸੇ ਨਾਲ ਵੀ ਗੱਲ ਕਰਕੇ ਵੇਖ ਲਓ।
ਉਹ ਹੁਣ ਜਿੱਦਾਂ ਇਹਨਾਂ ਤੋਂ ਅੱਕੇ ਪੈ ਟ੍ਰੈਡੀਸ਼ਨਲ ਪਾਰਟੀਆਂ ਤੋਂ ਖਾਸ ਜੀ ਜੀ ਇਹ ਸਟੇਟਮੈਂਟ ਤਾਂ ਪ੍ਰੋਫੈਸਰ ਸਾਹਿਬ ਕਰਕੇ ਅਹਿਮ ਇਸੇ ਦੇਣ ਕਰਕੇ ਲੱਗੇ। ਪਿੰਡ ਦੇ ਵਿੱਚ ਅਜੇ ਵੀ ਇਸ ਪਿੰਡ ਦੇ ਤੇ ਆਉਣ ਵੀ ਨਹੀਂ ਜ਼ਰੂਰਤ ਵੀ ਨਹੀਂ ਕਰਦਾ। ਜੇ ਉਹ ਆਉਂਦਾ ਵੀ ਆ ਤੇ ਜਿਸ ਤਰੀਕੇ ਨਾਲ ਲੋਕੀ ਸਵਾਲ ਪੁੱਛਦੇ ਆ, ਲੋਕਾਂ ਦੇ ਸਵਾਲ ਬਹੁਤ ਸਿੰਪਲ ਆ, ਲੋਕਾਂ ਦੀਆਂ ਲੋੜਾਂ ਬਹੁਤ ਸਿੰਪਲ ਆ, ਮਤਲਬ ਕੋਈ ਉਹਨਾਂ ਦਾ ਉਹ ਨਹੀਂ ਹੈਗਾ, ਉਹ ਇੰਨਾ ਜ਼ਿਆਦਾ ਨਹੀਂ, ਉਹਦੇ ਵਿੱਚ ਕੋਈ ਸਾਨੂੰ ਥਿਊਰੀ ਨਹੀਂ ਪੜ੍ਹਨ ਦੀ ਲੋੜ ਹੈਗੀ, ਕੋਈ ਪੋਲੀਟੀਕਲ ਥਿਊਰੀ ਪੜ੍ਹਨ ਦੀ ਲੋੜ ਨਹੀਂ ਹੈਗੀ, ਇਕਨੋਮਿਕ ਥਿਊਰੀ। ਉਹਨਾਂ ਦਾ ਸਿੱਧਾ ਆ ਕੇ ਤੁਸੀਂ ਕੀਤਾ ਕੀ 5 ਸਾਲ ਪਹਿਲਾਂ ਤੁਸੀਂ ਆਹ ਵਾਅਦਾ ਕੀਤਾ ਸੀਗਾ, ਜੇ ਅਕਾਲੀ ਆਉਂਦੇ ਉਹਨੂੰ ਕਹਿੰਦੇ 10 ਸਾਲ ਪਹਿਲਾਂ ਤੁਸੀਂ ਆਹ ਵਾਅਦਾ ਕੀਤਾ ਸੀਗਾ, ਜੋ ਕਾਂਗਰਸ ਦਾ ਵੱਡਾ ਲੀਡਰ ਆਉਂਦਾ ਉਹਨੂੰ ਕਹਿੰਦੇ ਵੀ 50 ਸਾਲ ਪਹਿਲਾਂ ਆਹ ਵਾਅਦਾ ਕੀਤਾ ਸੀ। ਇਹ ਆਮ ਤੌਰ ਤੇ ਹੁਣ ਇਹਨੂੰ ਪੰਜਾਬੀ ਚ ਕਹਿ ਦਈਏ ਨਾ, ਲੋਕਾਂ ਦਾ ਤਕੀਆ ਕਲਾਮ ਬਣ ਗਿਆ ਵੀ ਇਹਨਾਂ ਨੂੰ ਸਵਾਲ ਪੁੱਛਣੇ ਆ। ਔਰ ਪਹਿਲੀ ਵਾਰੀ ਹੋਇਆ ਵਾ MLA ਆ, ਸਰਪੰਚ ਵਾ, ਅੱਖਾਂ ਨੀਵੀਆਂ ਕਰਕੇ ਇਹਨਾਂ ਦੇ ਨਾਲ ਗੱਲ ਕਰਦਾ, ਨਹੀਂ ਤੇ ਪਹਿਲਾਂ ਜਿਹੜਾ ਹੁੰਦਾ ਸੀਗਾ ਇਹ ਹੱਥ ਜੋੜਦੇ ਸੀ, ਮੰਜੇ ਡਾਉਂਦੇ ਸੀ, ਬੈਠੋ ਜੀ, ਖੜੇ ਹੁੰਦੇ ਸੀ। ਹੁਣ ਅਦਰ ਵੇ ਰਾਉਂਡ ਆ। ਇਹਦਾ ਕੀ ਮੈਂ ਨਹੀਂ ਕਹਿੰਦਾ ਵੀ ਇਮੀਡੀਏਟਲੀ ਸਾਨੂੰ ਬਹੁਤ ਵੱਡਾ ਛੁਟਕਾਰਾ ਮਿਲ ਜਾਣਾ, ਕਿਉਂਕਿ ਪਾਰਟੀਆਂ ਦੇ ਬੰਦਿਆਂ ਦੇ ਇਧਰੋਂ ਵੇਖੋ ਤੁਸੀਂ, ਆਮ ਆਦਮੀ ਪਾਰਟੀ ਦੀ ਗੱਲ ਕਰ ਲਓ, ਕਿੱਥੋਂ ਬੰਦੇ ਫੜ ਕੇ ਲਏ, ਬੰਦੇ ਉਹੀ ਰਹਿ ਗਏ ਆ। ਕਾਂਗਰਸ ਦੇ ਵਿੱਚ ਵੀ ਉਹੀ ਆ, ਅਕਾਲੀਆਂ 'ਚ ਵੀ ਉਹੀ ਆ, BJP 'ਚ ਵੀ ਉਹੀ ਆ। ਤਾਂ ਕਿਸੇ ਸਮੇਂ ਸਟਾਲਿਨ ਨੇ ਕਿਹਾ ਵੀ ਬੰਦੇ ਉੱਤੋਂ ਨਹੀਂ ਡਿੱਗਣੇ, ਬੰਦਿਆਂ ਨੂੰ ਤੇ ਬੰਦੇ ਬਣਾਉਣਾ ਪੈਣਾ। ਤੇ ਮੈਨੂੰ ਲੱਗਦਾ ਵੀ ਹੁਣ ਪੰਜਾਬ ਦੇ ਲੋਕ ਜਾਂ ਜਿਹੜੇ ਖਾਸ ਕਰਕੇ ਆਪਾਂ ਕਿਸਾਨੀ ਨੂੰ ਇਸ ਕਰਕੇ ਕਹਿੰਦੇ ਆ ਕਿ ਕਿਸਾਨੀ ਇੱਕ ਡੋਮੀਨੈਂਟ ਗਰੁੱਪ ਹੈਗਾ ਵਾ ਜੀ, ਡੋਮੀਨੈਂਟ ਇਨ ਦੀ ਸੈਂਸ ਕਿ ਹੁਣ ਇਹਨਾਂ 'ਚ ਇੱਕ ਨਵੀਂ ਸੈਂਸ ਆਫ ਯੂਨਿਟੀ ਹੈ, ਸੈਂਸ ਆਫ ਬਿਲੋਂਗਿੰਗ ਹੈ। ਔਰ ਜਿਸ ਤਰੀਕੇ ਦੇ ਨਾਲ ਬਿਊਰੋਕ੍ਰੇਸੀ ਦੇ ਨਾਲ, ਚਾਹੇ ਉਹ ਥਾਣੇਦਾਰ ਹੈਗਾ, ਚਾਹੇ ਤਹਿਸੀਲਦਾਰ ਹੈਗਾ, ਉਹਦੇ ਨਾਲ ਗੱਲ ਕਰਦੇ ਆ। ਤੇ ਇਹਨਾਂ ਨੂੰ ਲੱਗਦਾ ਵੀ ਨਹੀਂ, ਜਿਹੜਾ ਉਹ ਹੁੰਦਾ ਸੀ ਨਾ ਵੀ ਦਾ ਪੀਪਲ ਆਫ ਇੰਡੀਆ, ਹੁਣ ਇੱਕ ਕਿਸਮ ਦੀ ਸੈਂਸ ਇਹਨਾਂ ਦੇ ਵਿੱਚ ਆਉਣੀ ਸ਼ੁਰੂ ਹੋ ਗਈ ਆ। ਉਹਦੇ ਨਾਲ ਫਰਕ ਜ਼ਰੂਰ ਪਊਗਾ। ਇਹ ਫਰਕ ਇਸ ਇਲੈਕਸ਼ਨ ਚੋਂ ਨਿਕਲਦਾ ਹੈ, ਉਹ ਤੋਂ ਅਗਲੀ ਇਲੈਕਸ਼ਨ ਚੋਂ ਨਿਕਲਦਾ ਹੈ। ਮੈਨੂੰ ਲੱਗਦਾ ਵੀ ਇਹ ਸਾਰਾ ਇਸ ਵੇਲੇ ਅਸੀਂ, ਜਿੱਦਾਂ ਉਹਨਾਂ ਨੇ ਕਿਹਾ ਵੀ ਸਾਰੇ ਦੇਸ਼ ਦੇ ਵਿੱਚ ਆ, ਅਸੀਂ ਉਸ ਮੋੜ ਤੇ ਖੜੇ ਹੈਗੇ ਆ, ਜਿਸ ਮੋੜ ਦੇ ਉੱਤੋਂ ਅਸੀਂ ਹੁਣ ਕੋਈ ਨਾ ਕੋਈ ਨਵਾਂ ਰਾਹ ਜਿਹੜਾ ਲੋਕਾਂ ਨੇ ਲੈਣਾ ਹੈ। ਕਿਉਂਕਿ ਇਲੈਕਸ਼ਨ ਕੁੰਭ ਦਾ ਮੇਲਾ ਨਹੀਂ ਹੈ, ਹਰ 5 ਸਾਲਾਂ 'ਚ 3 ਵਾਰੀ ਇਲੈਕਸ਼ਨਾਂ ਆਉਂਦੀਆਂ ਵਾ। ਲੋਕਾਂ ਨੂੰ ਇਹ ਸਮਝ ਆ ਗਈ ਕਿ ਜੇ ਹੁਣ ਸੂਤ ਨਾ ਆਇਆ ਤੇ 2 ਸਾਲਾਂ ਨੂੰ ਫਿਰ ਪਾਰਲੀਮੈਂਟ ਦੀ ਇਲੈਕਸ਼ਨ ਹੋ ਗਈ ਆ, ਉਦੋਂ ਵੇਖਾਂਗੇ, ਪੰਚਾਇਤਾਂ ਦੀ ਇਲੈਕਸ਼ਨ ਹੈਗੀ ਆ। ਸੋ ਮੈਨੂੰ ਲੱਗਦਾ ਕਿ ਇਹ ਸਾਰੀ ਡਿਵੈਲਪਮੈਂਟ ਜਿਹੜੀ ਹੈ ਪੋਜ਼ਿਟਿਵ ਹੈਗੀ ਆ, ਟ੍ਰਾਂਜੀਸ਼ਨ ਫੇਜ਼ ਹੈਗੀ ਆ। ਇਹ 'ਚ ਪੋਲੀਟੀਕਲ ਇੰਸਟੇਬਿਲਿਟੀ ਹੋ ਸਕਦੀ ਆ, ਹੋ ਸਕਦਾ ਕੋਈ ਵੀ ਸਰਕਾਰ ਨਾ ਬਣਾ ਸਕੇ, ਹੋ ਸਕਦਾ ਫਿਰ ਟੁੱਟ ਭੱਜ ਹੋਵੇ, ਕਿਉਂਕਿ BJP ਕੋਲ ਜੇ 5-7 ਬੰਦੇ ਆ ਜਾਂਦੇ, ਮਤਲਬ ਇਸ ਵੇਲੇ ਕਲਾਕਾਰੀ ਤਾਂ BJP ਕੋਲ ਹੀ ਆ ਨਾ, ਖਰੀਦੋ ਫਰੋਖਤ ਵਾਲੀ, ਹੋਰ ਕਿਸੇ ਕੋਲ ਜਾਂਦੇ ਕਿ ਨਹੀਂ ਜਾਂਦੇ। ਤਾਂ ਇਸ ਕਰਕੇ ਜਿਹੜੀ ਜੋਧਕਾ ਸਾਹਿਬ ਨੇ ਗੱਲ ਕਹੀ ਆ ਵੀ ਇਹ ਇਲੈਕਸ਼ਨ ਇਲੈਕਸ਼ਨ ਨਾਲੋਂ ਵੱਖਰੀ ਆ, ਨਵੇਂ ਤਜਰਬੇ ਹੋਣੇ ਆ, ਔਰ ਆਪਾਂ ਸਾਰਿਆਂ ਨੇ ਉਹ ਤਜਰਬੇ ਆਪਣੇ ਅੱਖੀਂ ਵੀ ਵੇਖਣੇ ਆ, ਹੰਡਾਉਣੇ ਵੀ ਆ। ਤੇ ਮੈਨੂੰ ਲੱਗਦਾ ਵੀ ਉਹ ਤੋਂ ਜਿਹੜੇ ਸਬਕ ਸਿੱਖੇ ਜਾਣਗੇ, ਉਹ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਕੋਈ ਚੰਗਾ ਰਸਤਾ ਜਿਹੜਾ ਵਾ ਉਹ ਵਿਖਾਉਣਗੇ। ਬਹੁਤ ਮਿਹਰਬਾਨੀ ਪ੍ਰੋਫੈਸਰ ਸਾਹਿਬ ਤੁਹਾਡੀ। ਮੈਂ ਜੋਧਕਾ ਸਾਹਿਬ ਨਾਲ ਹੁਣ ਗੱਲ ਕਰਦਾ ਹਾਂ। ਮੈਨੂੰ ਦੱਸਿਓ ਪ੍ਰੋਫੈਸਰ ਸਾਹਿਬ, ਬੜੀ ਮੁਸ਼ਕਲ ਹਾਲਾਤਾਂ 'ਚ ਅਸੀਂ ਗੱਲ ਕੀਤੀ ਉਹਨਾਂ ਨਾਲ, ਪਿੰਡ ਦੇ ਵਿੱਚ ਇੰਟਰਨੈਟ ਦੀ ਵੀ ਸਮੱਸਿਆ ਸੀ, ਔਰ ਮੋਰਓਵਰ ਆਵਾਜ਼ ਜਿਹੜੀ ਉਹਨਾਂ ਤੱਕ ਪਹੁੰਚਣ ਲਈ ਥੋੜਾ ਜਿਹਾ ਦਿੱਕਤ ਹੋ ਰਹੀ ਸੀ। ਮੈਨੂੰ ਹੁਣ ਜਾਂਦੇ ਜਾਂਦੇ ਜਿਹੜਾ ਮੌਜੂਦਾ ਦ੍ਰਿਸ਼ ਆ, ਇਹਦੇ ਸਾਰੇ ਐਂਗਲ ਜਿਹੜੇ ਆ ਉਹਨਾਂ ਤੇ ਕੋਈ ਭਾਵਪੂਰਤ ਟਿੱਪਣੀ ਦਿਓ। ਜਿਵੇਂ ਕਹਿੰਦੇ ਨਾ ਜੀ, ਪ੍ਰੋਫੈਸਰ ਜਗਰੂਪ ਸਿੰਘ ਸੇਖੋਂ ਹੁਣ ਅੱਗੇ ਆ ਕਿ ਮੈਂ ਸਟੇਟਮੈਂਟ ਤਾਂ ਦੇਣ ਲੱਗਿਆ ਵੀ ਇਹ ਜਿਹੜੀਆਂ ਟ੍ਰੈਡੀਸ਼ਨਲ ਪਾਰਟੀਆਂ, ਇਹਨਾਂ ਨੂੰ ਕਿਤੇ ਬਾਹਰ ਦਸਤਾਨਾ ਲੋਕ ਵਿਖਾ ਦੇਣ ਤੇ ਫਿਰ ਜਾਣਗੇ ਕਿੱਥੇ, ਸੀਮਤ ਜੇ ਤਾਂ ਆਪਸ਼ਨ। ਨਹੀਂ, ਉਹੀ ਗੱਲ ਹੈਗੀ, ਬਾਰ-ਬਾਰ ਮੈਂ ਇਹੀ ਕਹਿਣ ਦੀ ਕੋਸ਼ਿਸ਼ ਕਰ ਰਿਹਾ ਸੀਗਾ। ਇਹਦੇ ਕੋਈ ਸ਼ੱਕ ਨਹੀਂਗਾ ਕਿ ਪੰਜਾਬ ਦੇ ਵਿੱਚ ਇਸ ਟਾਈਮ ਚਰਨਿੰਗ ਹੋ ਰਹੀ ਆ, ਸਭ ਕੁਝ ਹੀ, ਮਤਲਬ ਜਿਵੇਂ ਤੁਸੀਂ ਕਹਿ ਰਹੇ ਸੀ, ਰੇੜ ਕਰਨ ਵਾਲੀ ਗੱਲ ਹੈ ਕਿ ਨਿਕਲੇਗਾ ਕੀ ਪਤਾ ਨਹੀਂ ਕੀ, ਅਜੇ ਤੱਕ ਸਾਨੂੰ ਕੋਈ ਪਤਾ ਨਹੀਂਗਾ। ਇਹ ਨਹੀਂਗਾ ਕਿ ਮੱਖਣ ਹੀ ਨਿਕਲੇਗਾ, ਉਹਦੇ ਚੋਂ ਕੁਝ ਵੀ ਨਿਕਲ ਸਕਦਾ। ਤੇ ਹੁਣ ਜਿਹੜੀ ਅਲਟੀਮੇਟਲੀ ਪੰਜਾਬ ਤੇ ਉਹੀ ਹੈਗਾ, ਇੰਨਾ ਲੰਬਾ ਚੌੜਾ ਬਦਲਿਆ ਨਹੀਂਗਾ। ਬਾਕੀ ਜਿਹੜਾ ਤੁਹਾਡਾ ਜਿਹੜਾ ਹੈਗਾ ਉੱਥੋਂ ਦਾ ਡੈਮੋਗ੍ਰਾਫਿਕਸ ਜਿਹੜੀ ਹੈਗੀ ਆ, ਧਾਰਮਿਕ ਇਸ਼ੂ ਵੀ ਹੈਗੇ, ਜਾਂ ਜਿਹੜੀ ਤੁਹਾਡੀ ਜ਼ਮੀਨ ਜਾਇਦਾਦਾਂ ਹੈਗੀਆਂ, ਲੋਕਾਂ ਕੋਲ ਲੈਂਡਲੈਸਨੈਸ ਵੀ ਹੈਗੀ, ਜਾਤ ਬਰਾਦਰੀ ਵੀ ਹੈਗੀ, ਤੇ ਸਾਰੀਆਂ ਚੀਜ਼ਾਂ ਸੱਚਾਈਆਂ ਹੈਗੀਆਂ। ਇਹ ਹੈਗਾ ਕਿ ਲੋਕਾਂ ਦੇ ਵਿੱਚ ਅਵੇਅਰਨੈਸ ਬਹੁਤ ਵੱਧ ਗਈ ਹੈਗੀ ਕਿ ਹੁਣ ਉਹ ਝੂਠ ਜਿਹੜੇ ਹੈਗੇ ਲੋਕੀ ਕੋਸ਼ਿਸ਼ ਕਰ ਰਹੇ ਆ ਚਲਾਉਣ ਦੀ, ਉਹ ਝੂਠ ਚੱਲਣੇ ਨਹੀਂ ਹੈਗੇ। ਕਿਸੇ ਨਾ ਕਿਸੇ ਲੈਵਲ ਤੇ ਗੱਲ ਉੱਥੇ ਆ ਜਾਣੀ ਆ ਕਿ ਕੋਈ ਇੱਕ ਤੁਹਾਨੂੰ ਸਿਗਨੀਫੀਕੈਂਟ ਜਿਹੜਾ ਹੈਗਾ ਉਹ ਬਲੌਕ ਸ਼ਾਇਦ ਨਾ ਮਿਲੇ ਤੁਹਾਨੂੰ, ਜਿਹੜਾ ਇੱਕਦਮ ਇਮੀਡੀਏਟਲੀ ਤੁਸੀਂ ਕਹੋ ਕਿ ਹਾਂ ਵੀ ਇਹਨਾਂ ਦੀ ਸਰਕਾਰ ਬਣ ਜਾਏਗੀ। ਇਲੈਕਸ਼ਨਾਂ ਤੋਂ ਬਾਅਦ ਵੀ ਮੈਨੂੰ ਲੱਗਦਾ ਇਹ ਚਰਚੇ ਚੱਲਦੇ ਰਹਿਣਗੇ ਕੁਝ ਦਿਨ ਕਿ ਹਾਂ ਵੀ ਇਹ ਇਹਦੇ ਨਾਲ ਜਾਵੇ, ਉਹ ਉਹਦੇ ਨਾਲ ਜਾਵੇ, ਇਹਦਾ ਕੀ ਹੋਏਗਾ, ਉਹਦਾ ਕੀ ਹੋਏਗਾ। ਪਰ ਜਿਹੜੀ ਮੇਨ ਚੀਜ਼ ਹੈਗੀ, ਹੁਣ ਕੋਈ ਵੀ ਪੋਲੀਟੀਕਲ ਫਾਰਮੇਸ਼ਨ ਹੋਵੇ, ਕੋਈ ਵੀ ਪਾਵਰ ਵਿੱਚ ਆਏ, ਉਹਨੂੰ ਪੋਲਿਟਿਕਸ ਲੋਕਾਂ ਦੇ ਹਿਸਾਬ ਦੇ ਨਾਲ ਕਰਨੀ ਪੈਣੀ। ਬਿਲਕੁਲ ਬਿਲਕੁਲ ਬਿਲਕੁਲ। ਇਹ ਨਹੀਂ ਹੈ ਕਿ ਲੋਕੀ ਜਿਹੜੇ ਪਿੱਛੇ ਚੁੱਪ ਕਰਕੇ ਬਹਿ ਜਾਣਗੇ। ਲੋਕਾਂ ਦੇ ਇਸ਼ੂਜ਼ ਹੈਗੇ ਤੇ ਲੋਕਾਂ ਦੇ ਇਸ਼ੂਜ਼ ਰੀਅਲ ਇਸ਼ੂ ਹੈਗੇ। ਉਹ ਜਿਹੜਾ ਕਿ ਇਲੀਟ ਜਿਹੜਾ ਸੀਗਾ, ਪੋਲੀਟੀਕਲ ਇਸਟੈਬਲਿਸ਼ਮੈਂਟ ਸੀਗੀ, ਉਹ ਤੁਹਾਡੀ ਡਿਸਇੰਟੀਗ੍ਰੇਟ ਹੋ ਗਈ ਆ। ਇਹ
ਕਈ ਸਟੇਟਾਂ ਦੇ ਵਿੱਚ ਪਹਿਲੇ ਹੋ ਚੁੱਕਿਆ ਸੀਗਾ, ਪੰਜਾਬ ਦੇ ਵਿੱਚ ਥੋੜਾ ਡਿਲੇਡ ਹੈਗਾ। ਤੇ ਇਹੀ ਜਿਹੜਾ ਫਾਰਮਰਸ ਮੂਵਮੈਂਟ ਨੇ, ਇੱਕ ਲੈਵਲ ਤੇ ਤਾਂ ਸਿਰਫ ਕਿਸਾਨੀ ਦਾ ਅੰਦੋਲਨ ਸੀਗਾ, ਦੂਜੇ ਲੈਵਲ ਤੇ ਸਾਨੇ ਸਾਰਿਆਂ ਨੂੰ ਚੇਂਜ ਕੀਤਾ ਉਸਨੇ। ਸਾਡੀ ਪਰਸੈਪਸ਼ਨ ਪੰਜਾਬ ਦੇ ਬਾਰੇ ਬਦਲੀ ਹੈਗੀ, ਸਾਡੀ ਪਰਸੈਪਸ਼ਨ ਪੋਲਿਟਿਕਸ ਦੇ ਬਾਰੇ ਬਦਲੀ ਹੈਗੀ। ਤੇ ਜਿਹੜੇ ਇਸ਼ੂਜ਼ ਹੈਗੇ, ਹੁਣ ਜਿਹੜਾ ਡਰੱਗਸ ਵਾਲਾ ਇਸ਼ੂ ਹੈਗਾ, ਇਹ ਕਿਧਰੇ ਨਹੀਂ ਜਾਣ ਲੱਗਿਆ। ਕੋਈ ਵੀ ਪਾਵਰ ਵਿੱਚ ਆ ਜਾਏ, ਭਾਵੇਂ ਬਿਲਕੁਲ ਮਤਲਬ ਜਿਹੜੇ ਖੁਦ ਜਿਹੜੇ ਡਰੱਗਸ ਵੇਚਦੇ ਸੀ ਉਹ ਪਾਵਰ ਵਿੱਚ ਆ ਜਾਣ, ਉਹਨਾਂ ਨੂੰ ਵੀ ਇਹਦੇ ਨਾਲ ਡੀਲ ਕਰਨਾ ਪੈਣਾ। ਕਿਸਾਨੀ ਦੇ ਇਸ਼ੂਆਂ ਤੇ ਉਹਨਾਂ ਨੂੰ ਸੀਰੀਅਸਲੀ ਡੀਲ ਕਰਨਾ ਪੈਣਾ, ਐਮਪਲੋਇਮੈਂਟ ਦੇ ਇਸ਼ੂ ਤੇ ਸੀਰੀਅਸਲੀ ਡੀਲ ਕਰਨਾ ਪੈਣਾ। ਹੁਣ ਜਿਹੜੇ ਇਸ਼ੂ ਤੇ ਨੈਚੁਰਲੀ ਆਪਣੇ ਅੱਗੇ ਸਾਹਮਣੇ ਆ ਗਏ, ਪੰਜਾਬ ਜਿਹੜਾ ਹੈਗਾ ਇੱਕ ਨਵੇਂ ਦੌਰ ਦੇ ਵਿੱਚ ਐਂਟਰ ਕਰ ਰਿਹਾ, ਤੇ ਮੈਂ ਕਾਫੀ ਪੋਜ਼ਿਟਿਵ ਹੈਗਾ ਇਹਦੇ ਬਾਰੇ। ਜਦੋਂ ਪੋਲੀਟੀਕਲ ਕੌਨਸ਼ੀਅਸਨੈਸ ਵੱਧਦੀ ਹੈਗੀ, ਨੈਚੁਰਲੀ ਥੋੜੇ ਦਿਨ ਕਨਫਿਊਜ਼ਨ ਰਹੇਗਾ ਕਿ ਉਹ ਜਿਹੜੀਆਂ ਐਸਟੈਬਲਿਸ਼ ਜਿਹੜੀਆਂ ਲੋਕਾਂ ਦੀਆਂ ਸੀਗੀਆਂ, ਜਿਹੜੀਆਂ ਮਤਲਬ ਜ਼ਗੀਰਦਾਰੀਆਂ ਸੀਗੀਆਂ, ਤੇ ਲੋਕਾਂ ਦੇ ਆਪਣੇ ਜਿਹੜੇ ਨੈਟਵਰਕ ਸੀਗੇ, ਉਹਨਾਂ ਦੇ ਥਰੂ ਕੰਮ ਹੋ ਜਾਂਦਾ ਸੀਗਾ, ਕੋਈ ਕਰਵਾ ਲੈਂਦਾ ਸੀਗਾ। ਹੁਣ ਬਿਊਰੋਕ੍ਰੇਸੀ ਵਾਸਤੇ ਵੀ ਉਹਨਾਂ ਆਸਾਨ ਨਹੀਂ ਰਹਿਣਾ, ਜਿਹੜਾ ਸਾਹਮਣੇ ਲੋਕੀ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰਦੇ ਆ। ਅੱਗੇ ਤੁਸੀਂ ਜਾਣਦੇ ਸੀ ਤਹਿਸੀਲਦਾਰ, ਭਾਵੇਂ ਤਹਿਸੀਲਦਾਰ ਦੀ ਇੰਨੀ ਫੀਸ ਹੈ, ਉਹਦੀ ਇੰਨੀ ਫੀਸ ਹੈ। ਹੁਣ ਲੋਕੀ ਉਹਨਾਂ ਸਾਰੀਆਂ ਚੀਜ਼ਾਂ ਤੇ ਸਵਾਲ ਪੁੱਛਣਗੇ, ਹਾਂ ਜੀ ਮੈਂ ਤੁਹਾਨੂੰ ਦਿੱਤੇ ਸੀਗੇ 15,000 ਰੁਪਏ ਦੀ ਰਿਸੀਪਟ ਵੀ ਲਿਆ ਕੇ ਦੇ ਦਿਓ ਮੈਨੂੰ। ਤੇ ਇਹ ਜਿਹੜੇ ਸਵਾਲ ਨਵੇਂ ਜਿਹੜੇ ਨਿਕਲ ਕੇ ਆਣਗੇ, ਤੇ ਲੋਕਾਂ ਨੂੰ ਪਤਾ ਲੱਗ ਗਿਆ। ਹੁਣ 12 ਸਾਲ ਦੇ 14 ਸਾਲ ਦੇ ਮੁੰਡੇ ਨੂੰ ਪਤਾ ਲੱਗ ਜਾਂਦਾ ਕਿ ਪੋਲਿਟਿਕਸ ਕੀ ਹੁੰਦੀ ਹੈਗੀ। ਤੇ ਇਸ ਦਾ ਜਿਹੜਾ ਹੈਗਾ ਅਸਰ ਜਿਹੜਾ ਆਪਣੇ ਆਪ ਮੈਨੂੰ ਲੱਗਦਾ ਪੋਜ਼ਿਟਿਵ ਹੀ ਹੋਏਗਾ, ਪਰ ਕਿਸੇ ਨਾ ਕਿਸੇ ਲੈਵਲ ਤੇ ਥੋੜੀ ਦੇਰ ਜਿਹੜੀ ਹੈਗੀ ਉਹ ਕਾਫੀ ਗੁੰਝਲੇ ਚ ਰਹਿਣਾ ਪੈਣਾ ਉਹਨੂੰ, ਤੇ ਅਜੇ ਨਿਕਲਦਾ ਰਹੇਗਾ, ਇਵੋਲਵ ਹੁੰਦਾ ਰਹੇਗਾ, ਥੋੜਾ ਬਹੁਤਾ ਸ਼ਾਇਦ ਪਤਾ ਲੱਗ ਜੇ। ਪਰ ਮੈਨੂੰ ਲੱਗਦਾ ਨਹੀਂਗਾ ਕਿ ਇਸ ਤਰੀਕੇ ਸੈਟਲ ਹੋਏਗਾ। ਰਿਜ਼ਲਟ ਤੋਂ ਬਾਅਦ ਵੀ ਇਹੀ ਲੱਗਦਾ ਕਿ ਜਿਹੜਾ ਨਾ ਥੋੜਾ ਅਨਸਰਟਨ ਜਿਹਾ ਰਹੇਗਾ ਸਿਚੁਏਸ਼ਨ। ਜੀ ਜੀ ਪ੍ਰੋਫੈਸਰ ਸਾਹਿਬ, ਤੁਸੀਂ ਦਿਲਚਸਪ ਗੱਲ ਕੀਤੀ ਹੈ ਕਿ ਜਿਹੜੇ ਹੁਣ ਵੱਡੇ ਪੋਲੀਟੀਸ਼ੀਅਨ ਜਿਹੜੀ ਮਹਾਨਤਾ ਵਰਗੀ ਫੀਲਿੰਗ ਪਾਲਦੇ ਸੀ, ਭਰਮ ਪਾਲਦੇ ਸੀ ਕਿ ਮਹਾਨ ਹੋਣ ਦਾ, ਉਹ ਸ਼ਾਇਦ ਹੁਣ ਟੁੱਟ ਗਿਆ। ਔਰ ਦੂਜੇ ਬੰਨੇ ਇਹ ਕੋਈ ਫੁੱਲਾਂ ਦੀ ਸੇਜ ਨਹੀਂਗੀ ਗੱਦੀ, ਹੁਣ ਬਹੁਤ ਜ਼ਿਆਦਾ ਮਾਮਲੇ ਐਡਰੈਸ ਕਰਨੇ ਪੈਣੇ, ਨਹੀਂ ਤੇ ਲੋਕ ਸਿੱਧਾ ਮੂੰਹ ਤੇ ਮਾਰਦੇ ਆ। ਤੁਹਾਡੀ ਗੱਲ ਸਭ ਤੋਂ ਜ਼ਿਆਦਾ ਭਾਵਪੂਰਤ ਇਹੀ ਹੈ ਕਿ ਅਲੀਟ, ਖਾਸ ਤੌਰ ਤੇ ਬਿਊਰੋਕ੍ਰੇਸੀ 'ਚ ਜਿਹੜਾ ਇੱਕ ਵਾਤਾਵਰਨ ਸਿਰਜ ਲਿਆ ਗਿਆ ਸੀ ਦੂਜਿਆਂ ਨਾਲੋਂ ਬਹੁਤ ਅਲੱਗ ਤੇ ਅਲੱਗਾ ਜਮਾਤ ਹੋਣ ਦਾ, ਉਹ ਵੀ ਟੁੱਟ ਜਾਊਗਾ। ਹੁਣ ਜ਼ਿਲ੍ਹੇ ਦੇ ਕਲੈਕਟਰ ਨੂੰ, ਡੀਸੀ ਨੂੰ ਪੁੱਛਿਆ ਜਾਊਗਾ ਕਿ ਭਾਈ ਸਾਡੇ ਆ ਹੱਕ ਨੇ। ਇੰਜ ਲੱਗਦਾ ਇਹ ਅਵੇਅਰਨੈਸ ਅੱਗੇ ਵਧੂਗੀ। ਸ਼ਾਇਦ ਸਭ ਤੋਂ ਵੱਡੀ ਤਬਦੀਲੀ ਇਹੀ ਹੋਊਗੀ। ਸੱਤਾ 'ਚ ਕੋਈ ਵੀ ਆ ਜੇ, ਉਹਦੇ ਲਈ ਬਹੁਤ ਟਫ ਹੋਊਗਾ। ਹੁਣ ਇਹ ਸਰਦਾਰੀ ਨਹੀਂ ਰਹੂਗੀ, ਹੁਣ ਇਹ ਚਾਕਰੀ ਵਰਗੀ ਸਥਿਤੀ ਹੋਊਗੀ। ਮੈਨੂੰ ਲੱਗਦਾ ਕਿ ਹੁਣ ਸਹੀ ਮਾਇਨਿਆਂ 'ਚ ਸੇਵਾ ਕਰਨ ਦਾ ਮੌਕਾ ਆ ਗਿਆ, ਤੇ ਬਹੁਤ ਸਾਰੇ ਜਿਹੜੇ ਧਨਾੜ ਤੇ ਵੱਡੇ ਬੰਦੇ ਆ ਹੌਲੀ ਹੌਲੀ ਸਿਆਸਤ ਤੋਂ ਕਿਨਾਰਾ ਕਰ ਜਾਣਗੇ ਜੇ ਇਹੀ ਹਾਲਾਤ ਰਹੇ। ਕਿਉਂਕਿ ਹੁਣ ਸੱਤਾ ਦੀ ਦੁਰਵਰਤੋਂ ਵੀ ਉਨੀ ਸੌਖੀ ਨਹੀਂ, ਪੁਲਿਸ ਨੂੰ ਜੇਬ 'ਚ ਲੈ ਕੇ ਝੂਠੇ ਪਰਚੇ ਕਰਨੇ ਵੀ ਉਹਨੇ ਸੌਖੇ ਨਹੀਂ ਰਹੇ। ਤੁਸੀਂ ਠੀਕ ਕਹਿ ਰਹੇ ਹੋ ਕਿ ਹਾਲਾਤ ਇੱਕਦਮ ਬਦਲਣਗੇ। ਬਹੁਤ ਮਿਹਰਬਾਨੀ। ਅਸੀਂ ਕੋਸ਼ਿਸ਼ ਕਰਾਂਗੇ ਤੁਹਾਨੂੰ ਫਿਰ ਬੇਨਤੀ ਪਾਉਂਦੇ ਰਹੀਏ। ਅਸੀਂ ਕੋਸ਼ਿਸ਼ ਕਰਾਂਗੇ ਤੁਹਾਡਾ ਜਿਹੜਾ ਵੀ ਥੋੜਾ ਜਿਹਾ ਫ੍ਰੀ ਸਮਾਂ ਹੋਵੇ ਉਹਨੂੰ ਲੈ ਸਕੀਏ। ਤੇ ਬਹੁਤ ਧੰਨਵਾਦ ਸਰਪ੍ਰਸਤੀ ਦੇਣ ਲਈ। ਮਿਹਰਬਾਨੀ। ਬਿਲਕੁਲ ਜੀ, ਥੈਂਕ ਯੂ ਸਰ।